ਹੈਲੋ ਐਂਡ ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਆਪਾਂ ਕੈਨੇਡਾ ਔਰ ਆਸਟ੍ਰੇਲੀਆ ਬਾਰੇ ਗੱਲ ਕਰਨੀ ਹੈ ਔਰ ਬਹੁਤ ਹੀ ਖਾਸ ਤੁਹਾਡੇ ਲਈ ਇੱਕ ਬਜਟ ਦੱਸਾਂਗੇ ਆਸਟ੍ਰੇਲੀਆ ਦੇ ਲਈ ਕਿ ਤੁਸੀਂ ਕਿਵੇਂ 6 ਤੋਂ 8 ਲੱਖ ਦੇ ਵਿੱਚ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹੋ, ਆਪਣਾ ਸਟੱਡੀ ਵੀਜ਼ਾ ਲੈ ਸਕਦੇ ਹੋ। ਸੋ ਇਹ ਸਾਰੀ ਜਾਣਕਾਰੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰਾ ਸ਼ੋ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਅਤੇ ਬੜੇ ਹੀ ਤਰੀਕੇ ਨਾਲ ਸੁਣਨਾ ਪਏਗਾ ਤਾਂ ਕਿ ਤੁਸੀਂ ਚੀਜ਼ਾਂ ਨੂੰ ਯਾਦ ਰੱਖ ਸਕੋ, ਨੋਟ ਕਰ ਸਕੋ। ਨਾਲ ਦੇ ਨਾਲ ਨੰਬਰ ਵੀ ਡਿਸਪਲੇ ਹੁੰਦਾ ਰਹੇਗਾ ਤਾਂ ਕਿ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਤੁਸੀਂ ਸ਼ੋ ਦੇ ਦੌਰਾਨ ਵੀ ਕਾਲ ਕਰ ਸਕਦੇ ਹੋ, ਸ਼ੋ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਅਤੇ ਜਿਸ ਕੰਪਨੀ ਨੂੰ ਜਿਹੜੇ ਵੀਜ਼ਾ ਐਕਸਪਰਟ ਨੂੰ ਅਸੀਂ ਬੁਲਾਇਆ ਉਹਨਾਂ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹਾਂਗੀ ਅੱਜ ਸਾਡੇ ਨਾਲ ਸ਼ੋ ਦੇ ਵਿੱਚ ਨੇ ਵਰਲਡ ਐਜੂਕੇਸ਼ਨ ਐਡਵਾਈਜ਼ਰਸ ਤੋਂ ਵੀਜ਼ਾ ਐਕਸਪਰਟ ਇੰਦਰਪ੍ਰੀਤ ਕੌਰ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਆਸਟ੍ਰੇਲੀਆ ਤੋਂ ਹੀ ਪਹਿਲਾਂ ਆਪਾਂ ਗੱਲ ਦੀ ਸ਼ੁਰੂਆਤ ਕਰਦੇ ਹਾਂ ਕਿਉਂਕਿ 6 ਤੋਂ 8 ਲੱਖ ਵਿੱਚ ਆਸਟ੍ਰੇਲੀਆ ਪਹੁੰਚ ਜਾਣਾ ਸੋ ਇੱਕ ਵਾਕਈ ਸੁਣਨ ਵਿੱਚ ਥੋੜਾ ਹੋਰ ਤਰ੍ਹਾਂ ਲੱਗਦਾ ਹੈ ਕਿ ਸਟੂਡੈਂਟਸ ਔਰ ਪੇਰੈਂਟਸ ਤਾਂ ਪਹਿਲਾਂ ਹੀ ਚਾਹੁੰਦੇ ਨੇ ਕਿ ਕੋਈ ਘੱਟ ਬਜਟ ਦੇ ਵਿੱਚ ਆਪਸ਼ਨ ਹੋਵੇ ਔਰ ਪੈਕੇਜ ਨਾ ਕਰਨਾ ਪਏ। ਸੋ ਤੁਹਾਡੀ ਕੰਪਨੀ ਵੱਲੋਂ ਜੋ ਇੰਟਰੋਡਿਊਸ ਕੀਤਾ ਗਿਆ 6 ਤੋਂ 8 ਲੱਖ ਦਾ ਬਜਟ ਆਸਟ੍ਰੇਲੀਆ ਦੇ ਲਈ, ਇਸੇ ਤੋਂ ਸ਼ੁਰੂਆਤ ਕਰਨਾ ਚਾਹੂੰਗੀ। ਕਿਵੇਂ ਤੁਸੀਂ ਇਹ ਬਜਟ ਤਿਆਰ ਕੀਤਾ ਹੈ? ਇਹ ਬਜਟ ਜਿਹੜਾ ਤਿਆਰ ਹੋਇਆ ਮੈਮ ਉਹ ਇਸ ਬੇਸਿਸ ਤੇ ਤਿਆਰ ਹੋਇਆ ਕਿਉਂਕਿ ਕਈ ਸਟੂਡੈਂਟਸ ਦੇ ਪੇਰੈਂਟਸ ਦੇ ਕੋਲ ਨਹੀਂ ਇੰਨੇ ਪੈਸੇ ਹੁੰਦੇ ਪਰ ਉਹ ਘੱਟ ਖਰਚੇ ਤੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ, ਉਹਨਾਂ ਦਾ ਬਾਹਰ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਆ। ਤੇ ਇਹ ਪ੍ਰੋਗਰਾਮ ਅਸੀਂ ਉਹਨਾਂ ਬੱਚਿਆਂ ਲਈ ਲੈ ਕੇ ਆਏ ਹਾਂ ਜਿਨ੍ਹਾਂ ਦੇ ਕੋਲ ਪੈਸੇ ਦੀ ਪ੍ਰੋਬਲਮ ਹੁੰਦੀ ਹੈ, 15-16 ਲੱਖ ਤੱਕ ਦਾ ਪੈਕੇਜ ਨਹੀਂ ਅਫੋਰਡ ਕਰ ਸਕਦੇ ਜਾਂ ਫੀਸ ਇੰਨੀ ਨਹੀਂ ਭਰ ਸਕਦੇ। ਕਈ ਯੂਨੀਵਰਸਿਟੀਜ਼ ਦੇ ਵਿੱਚ ਕੋਰਸਿਸ ਦੀ ਤੁਸੀਂ ਫੀਸ ਦੇਖੋਗੇ ਕਾਫੀ ਜ਼ਿਆਦਾ ਹੁੰਦੀ ਹੈ ਪਰ ਆਪਣੇ ਕੋਲ ਕਈ ਐਸੇ ਕਾਲਜਿਸ ਯੂਨੀਵਰਸਿਟੀਜ਼ ਹੈਗੀਆਂ ਲੈਵਲ 1 ਲੈਵਲ 2 ਦੇ ਕਾਲਜਿਸ ਯੂਨੀਵਰਸਿਟੀਜ਼ ਜਿਹੜੇ ਸਟੂਡੈਂਟ ਨੂੰ ਅਲਾਉ ਕਰਦੇ ਕਿ ਤੁਸੀਂ ਇੱਕ ਸਮੈਸਟਰ ਦੀ ਫੀਸ ਯਾਨੀ ਕਿ 6 ਮਹੀਨੇ ਦੀ ਫੀਸ ਭਰ ਕੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈ ਸਕਦੇ ਹੋ। ਤਾਂ ਜਿਹੜਾ 6 ਤੋਂ 8 ਲੱਖ ਦਾ ਜਿਹੜਾ ਅਸੀਂ ਬਜਟ ਤਿਆਰ ਕੀਤਾ ਗਿਆ ਇਹ ਪੈਕੇਜ ਦੀ ਫਾਰਮ ਦੇ ਵਿੱਚ ਨਹੀਂ ਹੈ। ਇਹ ਸਟੈਪ ਬਾਏ ਸਟੈਪ ਬੱਚਾ ਆਪਣੀ ਫੀਸ ਭਰੇਗਾ, ਬੱਚੇ ਨੂੰ ਪਤਾ ਹੋਏਗਾ ਕਿ ਮੈਂ ਕਿਹੜੇ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਫੀਸ ਭਰ ਰਿਹਾ, ਕਿਹੜੇ ਕੋਰਸ ਦੇ ਵਿੱਚ ਫੀਸ ਪੇ ਕਰ ਰਿਹਾ, ਤਾਂ ਕਿ ਸਟੈਪ ਬਾਏ ਸਟੈਪ ਉਹਨੂੰ ਪ੍ਰੋਪਰ ਜਾਣਕਾਰੀ ਹੋਵੇ ਚਾਹੇ ਉਹਦਾ ਕੋਰਸ ਹੈ ਯੂਨੀਵਰਸਿਟੀ ਹੈ। ਕਿਉਂਕਿ ਕੱਲ੍ਹ ਨੂੰ ਇਹਦੇ ਵਿੱਚ ਬੱਚੇ ਨੇ GT ਕੁਆਲੀਫਾਈ ਕਰਨੀ ਹੁੰਦੀ ਹੈ। GT ਦੇ ਵਿੱਚ ਜੇ ਬੱਚੇ ਨੂੰ ਸਾਰਾ ਪ੍ਰੋਸੈਸ ਪਤਾ ਹੋਏਗਾ ਤਾਂ ਹੀ ਉਹ ਕੁਆਲੀਫਾਈ ਕਰ ਸਕਦੇ ਨੇ। ਸੋ ਜਿਹੜੇ 6 ਤੋਂ 8 ਲੱਖ ਦਾ ਪੈਕੇਜ ਜਾਂ ਬਜਟ ਅਸੀਂ ਤੁਹਾਨੂੰ ਦੱਸਿਆ ਉਹਨਾਂ ਬੱਚਿਆਂ ਲਈ ਜਿਹੜੇ ਨਵੰਬਰ ਇਨਟੇਕ ਦੇ ਵਿੱਚ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਆ। ਇਸ ਟਾਈਮ ਤੇ ਆਸਟ੍ਰੇਲੀਆ ਨੇ ਇਸ ਸਾਲ ਦਾ ਜਿਹੜਾ ਬਜਟ ਆਸਟ੍ਰੇਲੀਆ ਦਾ ਆਇਆ ਇਹਦੇ ਵਿੱਚ ਉਹਨਾਂ ਨੇ ਦੇਣੇ ਮੈਮ ਤੁਸੀਂ ਲਗਾ ਕੇ ਚਲੋ ਲਗਭਗ 60 ਤੋਂ 70 ਹਜ਼ਾਰ ਵੀਜ਼ੇ ਜਿਨ੍ਹਾਂ ਦੇ ਵਿੱਚੋਂ ਸਿਰਫ ਹਲੇ 12,000 ਵੀਜ਼ੇ ਹੀ ਗ੍ਰਾਂਟ ਹੋਏ ਨੇ। ਤਾਂ ਤੁਹਾਡੇ ਕੋਲ ਟਾਈਮ ਹੈਗਾ ਨਵੰਬਰ ਤੱਕ ਦਾ, 6 ਮਹੀਨੇ ਤੱਕ ਦਾ ਤੁਹਾਡੇ ਕੋਲ ਟਾਈਮ ਹੈ। ਕਾਫੀ ਸੀਟਸ ਇਹਦੇ ਵਿੱਚ ਪੈਂਡਿੰਗ ਹੈ, ਉਹਨਾਂ ਨੇ ਕਾਫੀ ਬੱਚਿਆਂ ਨੂੰ ਵੀਜ਼ੇ ਗ੍ਰਾਂਟ ਕਰਨੇ ਆ। ਤੁਸੀਂ ਲਗਾ ਕੇ ਚਲੋ 12,000 ਵੀਜ਼ੇ ਆਏ ਆ ਤਾਂ ਅੱਗੇ ਬਹੁਤ ਜ਼ਿਆਦਾ ਵੀਜ਼ੇ ਆਣੇ ਆ ਆਸਟ੍ਰੇਲੀਆ ਦੇ। ਦੇਰੀ ਨਾ ਕਰਦੇ ਹੋਏ ਆਪਣੀ ਐਪਲੀਕੇਸ਼ਨ ਤੁਸੀਂ ਅਪਲਾਈ ਕਰ ਸਕਦੇ ਹੋ। ਜੇ ਤੁਹਾਡਾ ਸਟੱਡੀ ਗੈਪ ਹੈ, ਰਿਫਿਊਜ਼ਲ ਹੈ, ਘੱਟ ਬੈਂਡ ਸਕੋਰ ਹੈ ਤਾਂ ਵੀ ਤੁਸੀਂ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਜੀ 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 ਬਿਲਕੁਲ। ਤੇ ਜਦੋਂ ਗੱਲ ਇਸ ਘੱਟ ਬਜਟ ਦੀ ਆਉਂਦੀ ਹੈ ਤਾਂ ਸਵਾਲ ਬਹੁਤ ਸਾਰੇ ਹੋਣੇ ਲਾਜ਼ਮੀ ਹੈ ਪੇਰੈਂਟਸ ਦੇ ਮਨ ਵਿੱਚ ਵੀ ਔਰ ਸਟੂਡੈਂਟਸ ਦੇ ਮਨ ਵਿੱਚ ਵੀ ਕਿ ਇਹ 6 ਤੋਂ 8 ਲੱਖ ਵਿੱਚ ਕੀ ਕੋਈ ਸਿਲੈਕਟਿਵ ਪ੍ਰੋਫਾਈਲਸ ਨੇ ਜੋ ਅਪਲਾਈ ਕਰ ਸਕਦੇ ਨੇ? ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਕੁਝ ਰਿਫਿਊਜ਼ਲ ਕੇਸਿਸ ਵੀ ਹੁੰਦੇ ਨੇ, ਗੈਪ ਵੀ ਹੁੰਦਾ ਹੈ, ਮਤਲਬ ਹਰ ਪ੍ਰੋਫਾਈਲ ਜਿਵੇਂ ਡਿਫਰੈਂਟ ਹੁੰਦੀ ਹੈ। ਤਾਂ ਨਹੀਂ ਕਿ ਸਿਰਫ ਕਰੀਮ ਪ੍ਰੋਫਾਈਲਸ ਦੇ ਲਈ ਹੀ ਇਹ ਬਜਟ ਹੈ? ਇਹ ਪ੍ਰੋਫਾਈਲਸ ਇਹਦੇ ਵਿੱਚ ਹਰ ਕਿਸਮ ਦੀ ਪ੍ਰੋਫਾਈਲ ਅਪਲਾਈ ਕਰ ਸਕਦੀ ਹੈ, ਚਾਹੇ ਕਿਸੇ ਬੱਚੇ ਦਾ ਗੈਪ ਹੈ, ਚਾਹੇ ਰਿਫਿਊਜ਼ਲ ਹੈ 2 ਜਾਂ 3 ਟਾਈਮ ਮਲਟੀਪਲ ਟਾਈਮ ਕਿਸੇ ਕੰਟਰੀ ਤੋਂ, ਚਾਹੇ ਆਸਟ੍ਰੇਲੀਆ, ਚਾਹੇ ਕੈਨੇਡਾ, UK, USA, ਕਿਸੇ ਵੀ ਕੰਟਰੀ ਦੇ ਵਿੱਚ ਰਿਫਿਊਜ਼ਡ ਐਪਲੀਕੇਸ਼ਨ ਉਹ ਬੱਚੇ ਸਾਰੇ ਅਪਲਾਈ ਕਰ ਸਕਦੇ ਨੇ। ਉਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਟੀਮ ਨੂੰ ਆ ਕੇ ਮਿਲਣਾ ਪਏਗਾ। ਸਾਡੇ ਆਫਿਸ ਆਓ, ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਓ, ਟੀਮ ਨੂੰ ਮਿਲੋ, ਆਪਣੇ ਕੋਰਸ ਦੇ ਬਾਰੇ, ਆਪਣੀ ਯੂਨੀਵਰਸਿਟੀ ਦੇ ਬਾਰੇ, ਪ੍ਰੋਫਾਈਲ ਦੇ ਬਾਰੇ ਪੂਰੀ ਜਾਣਕਾਰੀ ਲਵੋ ਤਾਂ ਹੀ ਤੁਸੀਂ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਇਸ ਪਰਪਸ ਤੇ ਪ੍ਰਾਪਤ ਕਰ ਸਕਦੇ ਹੋ। ਜੀ 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 ਬਿਲਕੁਲ। ਤੇ ਮੈਂ ਜ਼ਰੂਰ ਅੱਗੋਂ ਜਾਣਨਾ ਚਾਹਾਂਗੀ ਕਿ ਕਿਹੜਾ ਨੈਕਸਟ ਕਮਿੰਗ ਇਨਟੇਕ ਹੈ ਜਿਹਦੇ ਲਈ ਹੁਣ ਸਟੂਡੈਂਟਸ ਅਪਲਾਈ ਕਰਨਾ ਕਰ ਸਕਦੇ ਨੇ ਔਰ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਚੱਲ ਰਿਹਾ? ਕਿਉਂਕਿ ਨਾਰਮਲੀ ਆਪਾਂ ਹੀ ਦੇਖ ਰਹੇ ਹਾਂ, ਸੁਣ ਰਹੇ ਹਾਂ ਕਿ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਜਾ ਰਿਹਾ ਹੈ। ਸੋ ਹੁਣ ਕਦੋਂ ਅਪਲਾਈ ਕਰਨ ਤੇ ਕਿੰਨਾ ਪ੍ਰੋਸੈਸਿੰਗ ਟਾਈਮ ਮੰਨ ਕੇ ਚੱਲਣ? ਬੱਚੇ ਦੀ ਪ੍ਰੋਫਾਈਲ ਰੈਡੀ ਹੁੰਦੀ ਹੈ, ਆਪਣੇ ਡਾਕੂਮੈਂਟਸ ਤੁਸੀਂ ਸਾਨੂੰ ਕੰਪਲੀਟ ਕਰਕੇ ਦੇ ਦਿੰਦੇ ਹੋ ਤਾਂ ਤੁਹਾਡੀ ਫਾਈਲ ਅਸੀਂ ਹਫਤੇ ਦੇ ਵਿੱਚ ਤੁਹਾਡੀ ਫਾਈਲ ਲਾਂਚ ਕਰ ਦਿੰਦੇ ਹਾਂ ਐਮਬੈਸੀ ਦੇ ਵਿੱਚ। ਆਸਟ੍ਰੇਲੀਆ ਦੇ ਵੀਜ਼ੇ ਹਫਤੇ ਦੇ ਵਿੱਚ ਵੀ ਆ ਰਹੇ, 10 ਦਿਨ ਦੇ ਵਿੱਚ ਵੀ ਆ ਰਹੇ, ਮਹੀਨੇ ਦੇ ਵਿੱਚ ਵੀ ਆ ਰਹੇ। ਡਿਪੈਂਡ ਕਰਦਾ ਤੁਹਾਡਾ ਨੈਕਸਟ ਇਨਟੇਕ ਕਿਹੜਾ ਅਵੇਲੇਬਲ। ਆਸਟ੍ਰੇਲੀਆ ਦੇ ਵਿੱਚ ਮਲਟੀਪਲ ਇਨਟੇਕਸ ਹੁੰਦੇ ਆ, ਹਰ ਯੂਨੀਵਰਸਿਟੀ ਦਾ, ਕਾਲਜ ਦਾ ਅਲੱਗ ਕ੍ਰਾਈਟੀਰੀਆ, ਅਲੱਗ ਇਨਟੇਕਸ ਨੇ, ਤੁਸੀਂ ਉਹਨਾਂ ਵਿੱਚ ਅਪਲਾਈ ਕਰ ਸਕਦੇ ਹੋ। ਜਿਹੜਾ ਨੈਕਸਟ ਅਪਕਮਿੰਗ ਇਨਟੇਕ ਹੈ ਨਵੰਬਰ ਦਸੰਬਰ ਇਨਟੇਕ ਹੈ, ਉਹਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਟਾਈਮਲੀ ਅਪਲਾਈ ਕਰੋ,
ਉਹ ਸੀਟਸ ਕਾਫੀ ਘੱਟ ਲਿਮਿਟਡ ਰਹਿ ਚੁੱਕੀਆਂ, ਜਿਵੇਂ ਹੁਣ ਹਰ ਇੱਕ ਬੱਚੇ ਦਾ ਰਿਜ਼ਲਟ ਆ ਚੁੱਕਿਆ, ਚਾਹੇ ਉਹ ਪੰਜਾਬ ਬੋਰਡ ਹੈ ਚਾਹੇ ਉਹ CBSE ਹੈ। ਬੱਚਿਆਂ ਨੇ IELTS ਕੀਤੀ ਹੈ, PT ਕੀਤੀ ਹੈ ਤੇ ਆਪਣਾ ਆਸਟ੍ਰੇਲੀਆ ਲਈ ਐਪਲੀਕੇਸ਼ਨ ਆਫਰ ਲੈਟਰਸ ਲਈ ਅਪਲਾਈ ਕਰ ਰਹੇ ਹੈ। ਸਾਡੀ ਕੰਪਨੀ ਵੱਲੋਂ ਤੁਹਾਡੀ ਆਫਰ ਲੈਟਰ ਜਿਹੜੀ ਹੈ ਹਫਤੇ ਦੇ ਵਿੱਚ ਮੰਗਵਾ ਕੇ ਦਿੱਤੀ ਜਾਏਗੀ। GT ਦੇ ਵਿੱਚ ਕੋਈ ਡਾਕੂਮੈਂਟਸ ਦੀ ਪ੍ਰੋਬਲਮ ਆਉਂਦੀ ਹੈ, ਸਟੈਪ ਬਾਏ ਸਟੈਪ ਤੁਹਾਨੂੰ ਗਾਈਡ ਕੀਤਾ ਜਾਏਗਾ। COE ਤੁਹਾਡੀ ਜਿਹੜੀ ਹੈ ਹਫਤੇ 10 ਦਿਨ ਦੇ ਵਿੱਚ ਆ ਕੇ ਤੁਹਾਡੀ ਫਾਈਲ ਨੂੰ ਟਾਈਮਲੀ ਲਾਂਚ ਕੀਤਾ ਜਾਏਗਾ। ਜੀ 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 ਬਿਲਕੁਲ, ਤੇ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਹੈ, ਤੁਸੀਂ ਇਸ ਨੰਬਰ ਤੇ ਕਾਲ ਕਰਕੇ ਵਰਡ ਐਜੂਕੇਸ਼ਨ ਐਡਵਾਈਜ਼ਰਸ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਟਾਈਮਲੀ ਸਹੀ ਸਲਾਹ ਲਓਗੇ ਤਾਂ ਹੀ ਸਹੀ ਡਿਸੀਜਨ ਲੈ ਪਾਓਗੇ। ਛੋਟੀ ਬਾਰਾਂਦਰੀ ਪਟਿਆਲਾ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਆਪਣੇ ਡਾਕੂਮੈਂਟਸ ਔਰ ਆਪਣੇ ਪੇਰੈਂਟਸ ਨੂੰ ਨਾਲ ਲਿਜਾ ਕੇ ਇੱਥੇ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਓ ਤਾਂ ਕਿ ਔਨ ਟੇਬਲ ਫੇਸ ਟੂ ਫੇਸ ਬੈਠ ਕੇ ਕਈ ਚੀਜ਼ਾਂ ਹੋਰ ਕਲੀਅਰ ਹੋ ਜਾਂਦੀਆਂ ਜੋ ਕਈ ਵਾਰੀ ਫੋਨ ਤੇ ਆਪਾਂ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਹਾਂ। ਸੋ ਇੱਥੇ ਅਗਰ ਆਪਾਂ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ ਤਾਂ ਮੈਂ ਆਪਾਂ ਕਮਿੰਗ ਇਨਟੇਕ ਦੀ ਵੀ ਗੱਲ ਕੀਤੀ ਹੈ ਤੇ ਗੈਪ ਨੂੰ ਲੈ ਕੇ ਸਵਾਲ ਅਕਸਰ ਸਟੂਡੈਂਟਸ ਦਾ ਰਹਿੰਦਾ ਕਿ ਅਸੀਂ ਗੈਪ ਨੂੰ ਜਸਟੀਫਾਈ ਕਰਨਾ ਤਾਂ ਕਿਸ ਤਰ੍ਹਾਂ ਦੇ ਡਾਕੂਮੈਂਟਸ ਲੱਗਣੇ ਚਾਹੀਦੇ ਨੇ, ਕਿਉਂਕਿ ਕਿਤੇ ਪ੍ਰਾਈਵੇਟ ਜੌਬ ਕਰ ਰਿਹਾ, ਕੋਈ ਟੀਚਿੰਗ ਲਾਈਨ ਵਿੱਚ ਹੈ, ਕਿ ਕਿਸ ਤਰ੍ਹਾਂ ਤਾਂ ਡਾਕੂਮੈਂਟਸ ਦੀ ਰਿਕੁਆਇਰਮੈਂਟ ਜਦੋਂ ਏਜੰਟ ਦੱਸਦਾ ਤਾਂ ਪਤਾ ਚੱਲਦਾ ਕਿ ਅਸੀਂ ਉਸ ਤਰ੍ਹਾਂ ਦੇ ਡਾਕੂਮੈਂਟਸ ਬਣਵਾਏ ਹੀ ਨਹੀਂ। ਸੋ ਤਿਆਰੀ ਰੱਖਣ ਕਿਵੇਂ ਪਹਿਲਾਂ ਹੀ ਕਿ ਕਿਸ ਤਰ੍ਹਾਂ ਦੇ ਡਾਕੂਮੈਂਟਸ ਨੂੰ ਲੀਗਲ ਮੰਨਿਆ ਜਾਂਦਾ ਪ੍ਰੋਸੀਜਰ ਦੇ ਵਿੱਚ। ਦੇਖੋ ਮੈਮ, ਕੋਈ ਵੀ ਬੱਚਾ ਅਗਰ ਉਹਦਾ ਸਟੱਡੀ ਗੈਪ ਹੈ, ਮੰਨ ਲਓ ਚਾਹੇ ਗ੍ਰੈਜੂਏਸ਼ਨ ਤੋਂ ਬਾਅਦ ਹੈ ਜਾਂ +2 ਤੋਂ ਬਾਅਦ ਹੈ, ਕਿਤੇ ਤੁਸੀਂ ਟੀਚ ਕਰਨ ਲੱਗ ਗਏ ਸੀ, ਰਿਫਿਊਜ਼ਲ ਦੇ ਕਾਰਨ ਤੁਹਾਡਾ ਸਟੱਡੀ ਗੈਪ ਹੈ ਜਾਂ IELTS ਕਰਦੇ ਕਾਫੀ ਸਮਾਂ ਨਿਕਲ ਗਿਆ, ਤੁਸੀਂ ਉਸ ਚੀਜ਼ ਦੀ ਜਸਟੀਫਿਕੇਸ਼ਨ ਦੇਵੋ। ਆਸਟ੍ਰੇਲੀਆ ਦੇ ਵਿੱਚ ਤੁਸੀਂ ਸਟੱਡੀ ਪਰਪਸ ਦੇ ਨਾਲ ਜਾ ਰਹੇ ਹੋ, ਆਪਣੀ ਜਸਟੀਫਿਕੇਸ਼ਨ ਦੇਵੋ ਕਿ ਮੇਰੀ ਪੜ੍ਹਾਈ ਤੋਂ ਬਾਅਦ ਇੰਨੇ ਚਿਰ ਦਾ ਗੈਪ ਕਿਸ ਕਾਰਨ ਕਰਕੇ ਪਿਆ। ਉਹ ਮੇਰੀ ਰਿਫਿਊਜ਼ਲ ਸੀਗੀ ਤਾਂ ਕਰਕੇ ਆਇਆ, ਮੈਂ ਬੈਂਡ ਸਕੋਰ ਦੀ ਤਿਆਰੀ ਕਰ ਰਿਹਾ ਸੀ ਉਸ ਕਰਕੇ ਆਇਆ, ਜਾਂ ਮੈਂ ਮੰਨ ਲਓ ਕਿਤੇ ਟੀਚ ਕਰ ਰਿਹਾ ਸੀਗਾ, ਜਿਵੇਂ ਤੁਸੀਂ ਮੈਨੂੰ ਕਿਹਾ ਕਿ ਟੀਚਿੰਗ ਲਾਈਨ ਦੇ ਵਿੱਚ ਕਿਸੇ ਦਾ ਐਕਸਪੀਰੀਅੰਸ ਹੈ। ਜੋ ਵੀ ਤੁਹਾਡਾ ਜੈਨੂਇਨ ਗੈਪ ਹੈਗਾ ਉਹਨੂੰ ਤੁਸੀਂ ਜਸਟੀਫਿਕੇਸ਼ਨ ਦੇ ਕੇ ਆਸਟ੍ਰੇਲੀਆ ਦਾ ਵੀਜ਼ਾ ਲੈ ਸਕਦੇ ਹੋ। ਬਿਲਕੁਲ। ਤੇ ਕਿਸ ਤਰ੍ਹਾਂ ਦੀ ਕਾਲਜਸ ਯੂਨੀਵਰਸਿਟੀਜ਼ ਦੇ ਨਾਲ ਤੁਹਾਡੇ ਟਾਈ ਅਪ ਨੇ, ਕਿਉਂਕਿ ਜਦੋਂ ਆਪਾਂ ਗੱਲ ਮੁੜ ਕੇ ਆ ਜਾਂਦੀ ਹੈ 6 ਤੋਂ 8 ਲੱਖ ਦੀ ਬਜਟ ਦੀ ਤੁਸੀਂ ਗੱਲ ਕਰਦੇ ਹੋ ਤਾਂ ਹਰ ਕੋਈ ਜਾਣਨਾ ਚਾਹੇਗਾ ਕਿ ਕਿਹੜੇ ਇੰਸਟੀਚਿਊਟਸ ਵਿੱਚ, ਕਿਹੜੇ ਕਾਲਜ ਯੂਨੀਵਰਸਿਟੀ ਵਿੱਚ ਜੋ ਹੈ ਸਾਡੀ ਐਡਮਿਸ਼ਨ ਹੋਏਗੀ। ਪੇਰੈਂਟਸ ਉਸ ਬਾਰੇ ਵੀ ਜ਼ਰੂਰ ਜਾਣਨਾ ਚਾਹਣਗੇ। ਬਿਲਕੁਲ, ਆਸਟ੍ਰੇਲੀਆ ਦੇ ਵਿੱਚ ਆਪਣੇ ਕੋਲ ਹਰ ਇੱਕ ਯੂਨੀਵਰਸਿਟੀ ਕਾਲਜ ਦੇ ਨਾਲ ਟਾਈ ਅਪ ਹੈਗੇ ਨੇ। ਤੁਸੀਂ ਆਪਣੇ ਪ੍ਰੋਫਾਈਲ ਦੀ ਅਸੈਸਮੈਂਟ ਕਰਾਓ, ਜਿੱਦ ਨਾ ਫੜੋ ਕਿ ਮੈਂ ਇਹੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਜਾਂ ਮੈਂ ਇਸੇ ਕਾਲਜ ਦੇ ਵਿੱਚ ਅਪਲਾਈ ਕਰਨਾ, ਕਿਉਂਕਿ ਇੱਕ ਵੀਜ਼ਾ ਆਫੀਸਰ ਜਿਹਨੇ ਤੁਹਾਨੂੰ ਵੀਜ਼ਾ ਦੇਣਾ ਉਹਨੇ ਦੇਖਣਾ ਕਿ ਤੁਸੀਂ ਉਸ ਕਾਲਜ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਮੀਟ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਸੋ ਜਦੋਂ ਤੁਸੀਂ ਸਾਡੇ ਆਫਿਸ ਆਉਂਦੇ ਹੋ, ਸਾਡੀ ਟੀਮ ਨੂੰ ਮਿਲਦੇ ਹੋ, ਆਪਣੀ ਪ੍ਰੋਫਾਈਲ ਨੂੰ ਦੇਖ ਕੇ ਅਸੈਸਮੈਂਟ ਕਰਵਾ ਕੇ ਤੁਹਾਨੂੰ ਜੋ ਸਲਾਹ ਦਿੱਤੀ ਜਾਂਦੀ ਹੈ ਤੁਸੀਂ ਉਸ ਨੂੰ ਹੀ ਫੋਲੋ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ। ਹੁਣ ਕਈ ਸਟੂਡੈਂਟ ਆਪਣੇ ਕੋਲ ਕਿ ਮੈਮ ਉਹਨਾਂ ਦੀ ਪ੍ਰੋਫਾਈਲ ਮੰਨ ਲਓ ਇਹ ਕਾਲਜ ਦੇ ਵਿੱਚ ਨਹੀਂ ਸੁਟੇਬਲ ਹੈਗੀ, ਪਰ ਬੱਚਾ ਕਹਿੰਦਾ ਮੈਂ ਉਸੇ ਦੇ ਵਿੱਚ ਅਪਲਾਈ ਕਰਨਾ, ਹੁਣ ਸਾਨੂੰ ਪਤਾ ਉਸ ਦੇ ਵਿੱਚ ਵੀਜ਼ਾ ਨਹੀਂ ਆ ਸਕਦਾ, ਤਾਂ ਉਸ ਟਾਈਮ ਤੇ ਬੱਚੇ ਰਿਫਿਊਜ਼ਲ ਦਾ ਸ਼ਿਕਾਰ ਹੁੰਦੇ ਆ। ਅਸੈਸਮੈਂਟ ਕਰਵਾਉਣ ਆ ਰਹੇ ਹੋ, ਤੁਸੀਂ ਵੀਜ਼ਾ ਕਾਉਂਸਲਰ ਨੂੰ ਮਿਲ ਰਹੇ ਹੋ, ਅਸੈਸਮੈਂਟ ਕਰਵਾ ਕੇ ਉਸੇ ਕਾਲਜ ਦੇ ਵਿੱਚ ਕੋਰਸ ਦੇ ਵਿੱਚ ਵੀਜ਼ਾ ਲੈ ਸਕਦੇ ਹੋ ਜਿਹਦੇ ਵਿੱਚ ਤੁਹਾਡੀ ਪ੍ਰੋਫਾਈਲ ਸੁਟੇਬਲ ਹੈ। ਜੀ 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 ਬਿਲਕੁਲ। ਔਰ ਜਿਵੇਂ ਆਪਾਂ ਕਈ ਵਾਰ ਗੱਲ ਕਰੀਏ ਕਿ ਕੁਝ ਪ੍ਰੋਫਾਈਲਸ ਉਹਦੇ ਵਿੱਚ ਡਾਕੂਮੈਂਟੇਸ਼ਨ ਦੀ ਬਿਲਕੁਲ ਹੀ ਸਹੀ ਤਰ੍ਹਾਂ ਨਹੀਂ ਹੋਈ ਹੁੰਦੀ, ਬਹੁਤ ਸਾਰੇ ਡਾਕੂਮੈਂਟਸ ਪੂਰੇ ਨਹੀਂ ਹੁੰਦੇ, ਉਸ ਦੇ ਉੱਪਰ ਜਦ ਕੰਮ ਕਰਨਾ ਪੈਂਦਾ ਤਾਂ ਕਿਵੇਂ ਤੁਹਾਡੀ ਕੰਪਨੀ ਵੱਲੋਂ, ਤੁਹਾਡੀ ਟੀਮ ਵੱਲੋਂ ਕੰਮ ਕੀਤਾ ਜਾਂਦਾ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਜਿਸ ਪ੍ਰੋਫਾਈਲ ਦੇ ਉੱਪਰ ਪਹਿਲਾਂ ਹੀ ਸਟੂਡੈਂਟ ਅਵੇਅਰ ਨਹੀਂ ਰਿਹਾ ਹੁੰਦਾ ਤੇ ਆਪਾਂ ਕਹਿ ਲਓ ਕਿ ਬਿਲਕੁਲ ਹੀ ਹੌਚ-ਪੌਚ ਹੋਈ ਹੁੰਦੀ ਹੈ ਪ੍ਰੋਫਾਈਲ, ਕਿਉਂਕਿ ਬਹੁਤ ਵਾਰੀ ਦੇਖਿਆ ਸਟੂਡੈਂਟਸ ਅਵੇਅਰ ਨਹੀਂ ਹੁੰਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਕਿਉਂਕਿ ਇਹ ਜ਼ਿਆਦਾ ਸਿਨੈਰੀਓ ਮੈਮ ਉਹਨਾਂ ਬੱਚੇ ਦੀ ਪ੍ਰੋਫਾਈਲ 'ਚ ਹੁੰਦਾ ਜਿਹੜੇ ਅੱਜ ਕੱਲ੍ਹ ਪੈਕੇਜ ਕਰ ਲੈਂਦੇ ਆ। ਤੁਸੀਂ ਜਾਣਦੇ ਹੋ ਏਜੰਟਸ ਕੋ, ਤੁਸੀਂ ਕਹਿੰਦੇ ਹੋ ਕਿ ਮੇਰਾ ਪੈਕੇਜ ਕਰ ਦਿਓ, ਚਾਹੇ ਤੁਹਾਡਾ 15 ਲੱਖ ਦਾ, 16 ਲੱਖ, 17 ਲੱਖ, ਜਿੰਨੇ ਦਾ ਵੀ ਤੁਹਾਡਾ ਪੈਕੇਜ ਹੋ ਰਿਹਾ, ਤੁਸੀਂ ਕਹਿੰਦੇ ਹੋ ਅਸੀਂ ਜਾ ਕੇ ਕੁਝ ਵੀ ਨਹੀਂ ਦੇਣਾ ਏਜੰਟ ਨੂੰ। ਉਹ ਏਜੰਟਸ ਤੁਹਾਡੀ ਫਾਈਲ ਤੇ ਰਿਫਿਊਜ਼ਲ ਲੈਂਦੇ, ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਫਾਈਲ ਦੇ ਵਿੱਚ ਕੀ ਡਾਕੂਮੈਂਟਸ ਲੱਗੇ ਨੇ। ਮੋਸਟ ਆਫ ਦੀ ਪੈਕੇਜਸ ਫਾਰਮ ਦੇ ਵਿੱਚ ਦੇਖੋਗੇ ਤੁਸੀਂ ਰਿਫਿਊਜ਼ਲ ਰੇਟ ਜ਼ਿਆਦਾ ਹੁੰਦਾ, ਜਦਕਿ ਸਟੈਪ ਬਾਏ ਸਟੈਪ ਜਿਹੜੇ ਬੱਚੇ ਨੇ ਆਪਣੀ ਐਪਲੀਕੇਸ਼ਨ ਅਪਲਾਈ ਕੀਤੀ ਹੈ, ਜਿਹਨੂੰ ਪਤਾ ਮੈਂ ਕਿਹੜਾ ਕੋਰਸ ਲਿੱਤਾ ਹੈ, ਕਿਹੜੀ ਯੂਨੀਵਰਸਿਟੀ ਜਾਂ ਕਿਹੜੀ ਲੋਕੇਸ਼ਨ ਦੇ ਵਿੱਚ ਅਪਲਾਈ ਕਰ ਰਿਹਾ, ਉਹਨਾਂ ਦੀ ਰਿਫਿਊਜ਼ਲ ਨਹੀਂ ਆਉਂਦੀ ਹੈ। ਪੈਕੇਜ ਦੇ ਵਿੱਚ ਤੁਸੀਂ ਕਰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਫਾਈਲ ਤੇ ਡਾਕੂਮੈਂਟਸ ਤੁਹਾਡਾ ਏਜੰਟ ਕੀ ਲਗਾ ਰਿਹਾ, ਕਿ ਤੁਹਾਡੇ ਐਜੂਕੇਸ਼ਨਲ ਡਾਕੂਮੈਂਟਸ ਕੰਪਲੀਟ ਲੱਗੇ ਕਿ ਨਹੀਂ। ਹੁਣ ਮੰਨ ਲਓ ਕੋਈ ਡਿਗਰੀ ਹੈ, ਅਗਰ ਆਪਾਂ ਇੰਜੀਨੀਅਰਿੰਗ ਕਰ ਰਹੇ ਹਾਂ ਤਾਂ ਤੁਹਾਡੀ 4 ਸਾਲ ਦੀ ਡਿਗਰੀ ਹੈ, ਤੁਹਾਡੇ ਏਜੰਟ ਨੇ ਸਿਰਫ 2 ਸਮੈਸਟਰ ਦੀ ਜਾਂ 3 ਸਮੈਸਟਰ ਦੀ ਲਗਾਤੀ ਹੈ। ਆਪਾਂ ਖੁਦ ਸਿਆਣੇ ਹਾਂ ਕਿ ਇੰਨੇ ਘੱਟ ਸਮੈਸਟਰਸ ਦੀ ਕੋਈ ਡਿਗਰੀ ਨਹੀਂ ਹੁੰਦੀ, ਤਾਂ ਆਪਣੇ ਡਾਕੂਮੈਂਟ ਜਿਹੜੇ ਖੁਦ ਆਪਣੇ ਨੌਲੇਜ ਦੇ ਵਿੱਚ ਰੱਖ ਕੇ ਲਗਾਓ। ਹੁਣ ਅਗਰ ਆਪਾਂ ਇੰਡੀਆ ਦੇ ਵਿੱਚ ਸਟੱਡੀ ਕਰ ਰਹੇ ਹਾਂ, ਪੰਜਾਬ ਦੇ ਵਿੱਚ ਅਸੀਂ
ਸਟੱਡੀ ਕਰ ਰਹੇ ਹਾਂ ਤਾਂ ਆਪਾਂ ਹਰ ਇੱਕ ਚੀਜ਼ ਆਪਣੇ ਖੁਦ ਕਰਦੇ ਹਾਂ, ਕਾਲਜ ਦੇ ਵਿੱਚ ਜਾਂਦੇ ਹਾਂ, ਪ੍ਰੋਸਪੈਕਟਸ ਦੇਖਦੇ ਹਾਂ, ਕਾਲਜ ਦਾ ਕੋਰਸ ਚੂਜ਼ ਕਰਦੇ ਹਾਂ। ਤਾਂ ਸੇਮ ਤੁਸੀਂ ਜਦੋਂ ਆਪਾਂ ਬਾਹਰ ਚੱਲੇ ਹਾਂ ਤਦ ਵੀ ਤੁਸੀਂ ਸਾਰੀਆਂ ਚੀਜ਼ਾਂ ਆਪਣੇ ਹੱਥੋਂ ਹੀ ਕਰੋ ਤਾਂ ਕਿ ਤੁਹਾਨੂੰ ਪਤਾ ਹੋਵੇ ਮੈਂ ਕਿਹੜੇ ਕਾਲਜ ਦੀ ਕਿਹੜੇ ਕੋਰਸ ਦੇ ਵਿੱਚ ਆਫਰ ਲੈਟਰ ਅਪਲਾਈ ਕੀਤੀ ਹੈ, ਕੀ ਇਹਦੇ ਵਿੱਚ ਮੇਰੇ ਸਬਜੈਕਟਸ ਰਹਿਣਗੇ, ਕਿੰਨੀ ਇਸ ਦੀ ਟਿਊਸ਼ਨ ਫੀਸ ਹੈ, ਤਾਂ ਕਿ ਤੁਸੀਂ ਪੈਕੇਜ ਦਾ ਸ਼ਿਕਾਰ ਨਾ ਹੋਵੋ, ਤੁਸੀਂ ਰਿਫਿਊਜ਼ਲਸ ਆਪਣੇ ਪਾਸਪੋਰਟ ਤੇ ਨਾ ਲਓ। ਬਿਲਕੁਲ ਸਹੀ ਗੱਲ ਹੈ, ਰਿਫਿਊਜ਼ਲ ਤੁਸੀਂ ਨਾ ਫੇਸ ਤੁਹਾਨੂੰ ਕਰਨੀ ਪਈ, ਇਸੇ ਲਈ ਅਸੀਂ ਹਰ ਗੱਲ ਹਰ ਜਾਣਕਾਰੀ ਇਸ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਟੂਡੈਂਟਸ ਹਰ ਗੱਲ ਤੋਂ ਅਵੇਅਰ ਰਹਿਣ, ਉਹਨਾਂ ਨੂੰ ਹਰ ਗੱਲ ਦਾ ਪਤਾ ਹੋਵੇ ਜਦੋਂ ਤੁਸੀਂ ਸਟੱਡੀ ਵੀਜ਼ਾ ਲਈ ਅਪਲਾਈ ਕਰਨ ਜਾਂਦੇ ਹੋ। ਖੈਰ ਫਿਲਹਾਲ ਆਪਾਂ ਆਸਟ੍ਰੇਲੀਆ ਦੀ ਅਗਰ ਗੱਲ ਕਰ ਰਹੇ ਹਾਂ, 6 ਤੋਂ 8 ਲੱਖ ਬਜਟ ਦੀ ਗੱਲ ਕਰ ਰਹੇ ਹਾਂ, ਤਾਂ ਜਿਹੜੇ ਸਪਾਊਸ ਵੀਜ਼ਾ ਵੀ ਨਾਲ ਲਗਾਉਣਾ ਚਾਹੁੰਦੇ ਨੇ ਕਿ ਉਹ ਵੀ ਇਸ ਬਜਟ ਦੇ ਵਿੱਚ ਹੀ ਨਾਲ ਕਲੱਬ ਸਪਾਊਸ ਵੀਜ਼ਾ ਕਰ ਸਕਦੇ ਨੇ, ਤਾਂ ਅਗਰ ਸਪਾਊਸ ਵੀਜ਼ਾ ਵੀ ਐਡ ਹੋ ਸਕਦਾ ਤਾਂ ਉਹਦੇ ਨਾਲ ਕਿੰਨਾ ਕੁ ਖਰਚੇ ਦਾ ਫਰਕ ਪਏਗਾ? ਬਿਲਕੁਲ, ਸਪਾਊਸ ਵੀਜ਼ਾ ਦੀ ਜੇਕਰ ਮੈਂ ਗੱਲ ਕਰਦੀ ਹਾਂ ਤਾਂ ਸਪਾਊਸ ਵੀ ਇਹਦੇ ਵਿੱਚ ਨਾਲ ਜਾ ਸਕਦੇ ਨੇ, ਚਾਹੇ ਤੁਹਾਡੀ ਨਵੀਂ ਮੈਰਿਜ ਹੈ ਚਾਹੇ ਪੁਰਾਣੀ ਹੈ, ਬਟ ਤੁਹਾਡੀ ਮੈਰਿਜ ਰਜਿਸਟਰ ਹੋਣੀ ਚਾਹੀਦੀ ਹੈ, ਪ੍ਰੋਪਰ ਤੁਹਾਡੇ ਕੋਲ ਡਾਕੂਮੈਂਟਸ ਹੋਣੇ ਚਾਹੀਦੇ ਆ। ਹੁਣ ਆਪਣੇ ਆਫਿਸ ਦੇ ਵਿੱਚ ਮੈਮ ਕਈ ਕੇਸਿਸ ਐਸੇ ਆਉਂਦੇ ਆ, ਹਸਬੈਂਡ ਵਾਈਫ ਦੀ ਪ੍ਰੋਫਾਈਲ ਹੈ, ਕਿਸੇ ਏਜੰਟ ਨੇ ਵਾਈਫ ਦੀ ਫਾਈਲ ਅਪਲਾਈ ਕਰਤੀ ਹੈ ਬਟ ਹਸਬੈਂਡ ਦਾ ਨਾਮ ਹੀ ਨਹੀਂ ਹੈ ਪਾਸਪੋਰਟ ਤੇ, ਆਧਾਰ ਕਾਰਡ ਤੇ ਨਾਮ ਹੀ ਨਹੀਂ। ਤੁਸੀਂ ਜਿਹੜੇ ਡਾਕੂਮੈਂਟੇਸ਼ਨ ਹੈ ਜੋ ਤੁਹਾਡੇ ਵੱਲੋਂ ਕੰਮ ਹੈ ਤੁਸੀਂ ਉਹ ਕੰਪਲੀਟ ਕਰੋ। ਏਜੰਟਸ ਦੀ ਸਲਾਹ ਤਾਂ ਤੁਸੀਂ ਲੈ ਹੀ ਰਹੇ ਹੋ ਬਟ ਤੁਸੀਂ ਖੁਦ ਦੇਖੋ ਕਿ ਮੈਨੂੰ ਪ੍ਰੋਫਾਈਲ ਦੇ ਵਿੱਚ ਇਹ ਡਾਕੂਮੈਂਟਸ ਕੰਪਲੀਟ ਚਾਹੀਦੇ ਨੇ ਤਾਂ ਕਿ ਕੱਲ ਨੂੰ ਜਾ ਕੇ ਤੁਹਾਨੂੰ ਪ੍ਰੋਬਲਮ ਨਾ ਆਵੇ। ਸਾਡੀ ਕੰਪਨੀ ਦੇ ਵੱਲੋਂ ਜੇ ਸਪਾਊਸ ਕੇਸ ਹੈ ਅਸੀਂ ਇਕੱਠੇ ਫਲਾਈ ਕਰਵਾ ਸਕਦੇ ਆ, ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਕੀ ਹੈ, ਤੁਸੀਂ ਗ੍ਰੈਜੂਏਟ ਹੋ, ਤੁਸੀਂ ਮਾਸਟਰਸ ਹੋ, ਤੁਹਾਡਾ ਗੈਪ ਹੈ, ਤੁਸੀਂ ਇਕੱਠੇ ਫਲਾਈ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਆਉਂਦੀ। ਡਾਕੂਮੈਂਟੇਸ਼ਨ ਕੰਪਲੀਟ ਹੋਣੇ ਚਾਹੀਦੇ ਆ। ਜੇਕਰ ਮੈਂ ਗੱਲ ਕਰਾਂ 6 ਤੋਂ 8 ਲੱਖ ਦੇ ਬਜਟ ਦੇ ਵਿੱਚ, ਇਹਦੇ ਵਿੱਚ ਸਪਾਊਸ ਕੇਸ ਜ਼ਰੂਰ ਨਾਲ ਜਾ ਸਕਦਾ। ਜਿਹੜੀ ਆਪਣੀ ਫੀਸਿਸ ਹੁੰਦੀ ਹੈ, ਹੈਲਥ ਇੰਸ਼ੋਰੈਂਸ ਹੋ ਗਿਆ, ਮੰਨ ਲਓ ਫੰਡਿੰਗ ਹੋ ਗਈ, ਐਮਬੈਸੀ ਫੀਸ ਹੋ ਗਈ, ਉਹਦੇ ਵਿੱਚ ਥੋੜਾ ਵੱਧ ਤੋਂ ਵੱਧ ਖਰਚਾ ਆ ਜਾਂਦਾ, ਜ਼ਿਆਦਾ ਇਹਦੇ ਵਿੱਚ ਕੋਈ ਖਰਚਾ ਨਹੀਂ ਆਉਂਦਾ। ਬਿਲਕੁਲ ਸਹੀ ਹੈ। ਤੇ ਮੈਂ ਇਹ ਸਵਾਲ ਜ਼ਰੂਰ ਕਰਨਾ ਚਾਹੂੰਗੀ ਕਿ ਅੱਗੋਂ ਤੁਸੀਂ ਇੰਨੇ ਘੱਟ ਬਜਟ ਦੇ ਵਿੱਚ ਜਿਵੇਂ ਸਟੂਡੈਂਟਸ ਨੂੰ ਪ੍ਰੋਵਾਈਡ ਕਰਵਾ ਰਹੇ ਹੋ ਸਰਵਿਸਿਜ਼ ਕਿ ਉਹ ਅਪਲਾਈ ਕਰ ਸਕਦੇ ਨੇ, ਤਾਂ ਇਸਦੀ ਟਰਾਂਸਪੇਰੈਂਸੀ ਕਿਵੇਂ ਹੁੰਦੀ ਹੈ? ਕਿਉਂਕਿ ਹਮੇਸ਼ਾ ਇਹ ਚੀਜ਼ ਆ ਜਾਂਦੀ ਕਿ ਜਦੋਂ ਘੱਟ ਬਜਟ ਜਾਂ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ, ਪੇਰੈਂਟਸ ਦਾ ਇੱਕ ਕੰਸਰਨ, ਇੱਕ ਡਰ ਆ ਜਾਂਦਾ ਕਿ ਕਿਤੇ ਇਹ ਨਾ ਹੋਵੇ ਕਿ ਵੀ ਇਹ ਸਾਨੂੰ ਚੰਗੀ ਚੰਗੀ ਚੀਜ਼ਾਂ ਦਿਖਾ ਕੇ ਕੱਲ ਨੂੰ ਸਾਡੇ ਨਾਲ ਕੋਈ ਠੱਗੀ ਹੋ ਜਾਵੇ ਜਾਂ ਸਾਡੇ ਪੈਸੇ ਮਰ ਜਾਣ। ਸੋ ਕਿਸ ਤਰੀਕੇ ਨਾਲ ਟਰਾਂਸਪੇਰੈਂਸੀ ਨੂੰ ਨਾਲ ਲੈ ਕੇ ਚੱਲਦੀ ਹੈ ਤੁਹਾਡੀ ਕੰਪਨੀ? ਦੇਖੋ ਮੈਮ, ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਉੱਥੇ ਆਉਂਦੀ ਹੈ ਜਿਹਦੇ ਵਿੱਚ ਅਗਰ ਆਪਾਂ ਕਰ ਲੈਂਦੇ ਹਾਂ ਪੈਕੇਜ ਦੀ ਫਾਰਮ ਦੇ ਵਿੱਚ 6 ਤੋਂ 8 ਲੱਖ ਦਾ ਪੈਕੇਜ ਕਰ ਲਿਆ ਜੀ, ਤੁਸੀਂ ਡਾਕੂਮੈਂਟ ਸਬਮਿਟ ਕਰਤੇ ਆ, ਵੀਜ਼ਾ ਆ ਗਿਆ ਤਾਂ ਤੁਸੀਂ ਦੇ ਦਿਓ ਪੈਸੇ, ਨਹੀਂ ਤਾਂ ਨਾ ਦਿਓ। ਪਰ ਸਾਡੀ ਕੰਪਨੀ ਦੇ ਵਿੱਚ ਇਹ ਤੁਹਾਡੇ ਪੈਕੇਜ ਦੇ ਫਾਰਮ ਦੇ ਵਿੱਚ ਨੇ, ਤੁਹਾਡੀ ਸਟੈਪ ਬਾਏ ਸਟੈਪ ਤੁਹਾਨੂੰ ਗਾਈਡੈਂਸ ਕੀਤੀ ਜਾਂਦੀ ਹੈ ਕਿਹੜੇ ਕਾਲਜ ਦੇ ਵਿੱਚ ਅਪਲਾਈ ਕਰ ਰਹੇ ਉਹ ਤੁਹਾਨੂੰ ਦੱਸਿਆ ਜਾਂਦਾ ਹੈ। ਤੁਹਾਡੇ ਪੇਰੈਂਟਸ ਆਉਂਦੇ ਨੇ ਬੱਚੇ ਦੇ, ਜਾਂ ਬੱਚਾ ਆ ਕੇ ਆਪਣੀ ਐਪਲੀਕੇਸ਼ਨ ਅਪਲਾਈ ਕਰਦਾ, ਉਹਨੂੰ ਗਾਈਡ ਕੀਤਾ ਜਾਂਦਾ ਹੈ, ਡਾਕੂਮੈਂਟਸ ਚੈੱਕ ਕੀਤੇ ਜਾਂਦੇ ਆ, ਕਾਲਜ ਲਈ ਯੂਨੀਵਰਸਿਟੀਜ਼ ਲਈ ਗਾਈਡ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਨੂੰ ਕੱਲ ਨੂੰ ਕੋਈ ਪ੍ਰੋਬਲਮ ਨਾ ਆਏ। ਬਿਲਕੁਲ। ਤੇ ਮੈਂ ਇੱਕ ਵਾਰੀ ਜ਼ਰੂਰ ਜਾਣਨਾ ਚਾਹੂੰਗੀ ਤਾਂ ਕਿ ਸਟੂਡੈਂਟਸ ਜਿਹੜੇ ਲਗਾਤਾਰ ਜਾਂ ਪੇਰੈਂਟਸ ਲਗਾਤਾਰ ਇਹ ਸ਼ੋਅ ਵੇਖ ਰਹੇ ਨੇ, ਆਪਾਂ ਇੱਕ ਦੱਸ ਸਕੀਏ ਕਿ ਕਿਹੜੇ ਸਟੂਡੈਂਟਸ ਐਲੀਜੀਬਲ ਨੇ, ਚਾਹੇ ਆਪਾਂ ਰਿਫਿਊਜ਼ਲ ਬੇਸਡ ਪ੍ਰੋਫਾਈਲ ਕਹਿ ਲਈਏ ਚਾਹੇ ਗੈਪ ਵਾਲੀ, ਕਿਹੜੇ ਸਟੂਡੈਂਟਸ ਐਕਚੁਅਲ 'ਚ ਇਸ ਬਜਟ ਦੇ ਵਿੱਚ ਰਹਿ ਕੇ ਆਪਣਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਆਸਟ੍ਰੇਲੀਆ ਦਾ? ਇਸ ਦੇ ਵਿੱਚ ਹਰ ਇੱਕ ਪ੍ਰੋਫਾਈਲ ਦਾ ਬੱਚਾ ਅਪਲਾਈ ਕਰ ਸਕਦਾ ਹੈ, ਚਾਹੇ ਉਸਦੇ 2 ਜਾਂ 3 ਵਾਰੀ ਜਾਂ 4 ਵਾਰੀ ਆਸਟ੍ਰੇਲੀਆ ਤੋਂ ਵੀ ਰਿਫਿਊਜ਼ਲ ਹੈ ਉਹ ਵੀ ਬੱਚੇ ਅਪਲਾਈ ਕਰ ਸਕਦੇ ਨੇ। ਮੰਨ ਲਓ ਕਿਸੇ ਬੱਚੇ ਦਾ ਸਟੱਡੀ ਗੈਪ ਆ ਗਿਆ ਸਾਲ 2 ਸਾਲ ਜਾਂ 3 ਸਾਲ ਦਾ, ਬਟ ਉਸਦੀ ਜਸਟੀਫਿਕੇਸ਼ਨ ਹੈ, ਉਹ ਸਟੂਡੈਂਟਸ ਵੀ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ। ਜਸਟ ਆਪਣੇ ਡਾਕੂਮੈਂਟੇਸ਼ਨ ਹੈ ਤੁਸੀਂ ਕੰਪਲੀਟ ਰੱਖੋ, ਐਮਬੈਸੀ ਨੂੰ ਜਦੋਂ ਤੁਸੀਂ ਆਪਣੀ ਫਾਈਲ ਅਪਲਾਈ ਕਰਨੀ ਹੈ ਜਸਟੀਫਿਕੇਸ਼ਨ ਦਿਓ, ਅਗਰ ਤੁਹਾਡਾ ਗੈਪ ਹੈ, ਰਿਫਿਊਜ਼ਲ ਦਾ ਕਾਰਨ ਹੈ, ਤੁਸੀਂ ਉਹ ਦੱਸੋ ਤੇ ਤੁਸੀਂ ਆਸਟ੍ਰੇਲੀਆ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਜੀ ਬਿਲਕੁਲ। ਸੋ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਤਾਂ ਕਰ ਰਹੀ ਹਾਂ, ਪਰ ਗੱਲ ਇਹ ਹੁੰਦੀ ਹੈ ਕਿ ਹਰੇਕ ਸਟੂਡੈਂਟ ਦਾ ਜਾਂ ਪੇਰੈਂਟਸ ਦਾ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਵਾਲ ਹੁੰਦਾ ਹੈ। ਹੋ ਸਕਦਾ ਮੈਂ ਤੁਹਾਡਾ ਸਵਾਲ ਨਾ ਇਸ ਸ਼ੋਅ ਵਿੱਚ ਸ਼ਾਮਿਲ ਕਰ ਸਕੀ ਹੋਵਾਂ, ਤਾਂ ਤੁਸੀਂ ਜ਼ਰੂਰ ਜੋ ਸਕਰੀਨ ਤੇ ਦਿੱਤਾ ਨੰਬਰ ਹੈ ਇਸ ਉੱਪਰ ਕਾਲ ਕਰਕੇ ਟਾਈਮਲੀ ਜੋ ਹੈ ਪੂਰੀ ਜਾਣਕਾਰੀ ਲਓ ਤਾਂ ਕਿ ਫਟਾਫਟ ਤੁਸੀਂ ਅਪਲਾਈ ਕਰੋ। ਕਿਉਂਕਿ ਜਦੋਂ ਇੱਕ ਵਾਰੀ ਹੁਣ ਅਸੀਂ ਸਾਰੇ ਜਾਣਦੇ ਹਾਂ ਸਾਰੇ ਬੱਚਿਆਂ ਦਾ +2 ਵਾਲਿਆਂ ਦਾ ਵੀ ਰਿਜ਼ਲਟ ਆ ਚੁੱਕਿਆ, ਤਾਂ ਇੱਕ ਵਾਰੀ ਰਸ਼ ਜ਼ਰੂਰ ਵੱਧ ਜਾਂਦਾ। ਸੋ ਰਸ਼ ਜਦੋਂ ਵੱਧਦਾ ਤਾਂ ਸਟੂਡੈਂਟਸ ਕਈ ਵਾਰ ਗਲਤੀਆਂ ਵੀ ਕਰ ਜਾਂਦੇ ਨੇ, ਹੈ ਨਾ। ਤਾਂ ਜਿਹੜੇ ਫਰੈਸ਼ ਪ੍ਰੋਫਾਈਲਸ ਨੇ, ਰੀਸੈਂਟ ਪਾਸ ਆਊਟ ਸਟੂਡੈਂਟਸ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਸਟ੍ਰੇਲੀਆ ਅਗਰ ਅਪਲਾਈ ਕਰ ਰਹੇ ਹੋ ਤਾਂ ਉਹਨਾਂ ਨੂੰ ਕਿਹੜੀ ਚੀਜ਼ਾਂ ਲਈ ਪ੍ਰਿਪੇਅਰ ਰਹਿਣਾ ਚਾਹੀਦਾ ਜਾਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ? ਆਸਟ੍ਰੇਲੀਆ ਤੁਸੀਂ ਜਾਣਾ, ਅਪਲਾਈ ਕਰਨਾ, ਤੁਸੀਂ ਖੁਦ ਦੇਖੋ, ਆਪਣਾ ਲੈਪਟਾਪ ਚੱਕੋ, ਆਪਣੇ ਫੋਨ ਚੱਕੋ, ਆਪਣਾ ਕੋਰਸ ਦੇਖੋ। ਹੁਣ ਮੰਨ ਲਓ ਤੁਸੀਂ ਆਰਟਸ ਦੇ ਵਿੱਚ ਕਰੀਏ, ਕਮਰਸ, ਨਾਨ ਮੈਡੀਕਲ, ਜਿਸ ਵੀ ਸਟਰੀਮ ਦੇ ਤੁਸੀਂ ਸਟੂਡੈਂਟ ਹੋ, ਅੱਗੇ ਤੁਸੀਂ ਦੇਖੋ ਮੈਂ ਕਿਹੜੇ ਕੋਰਸ ਲਈ ਅਪਲਾਈ ਕਰਨਾ ਤੇ ਉਸਦੀ ਐਲੀਜੀਬਿਲਿਟੀ ਕੀ ਹੈ। ਹੁਣ ਤੁਸੀਂ ਆਇਲਸ ਕਰੋਗੇ, ਪੀਟੀ ਕਰੋਗੇ ਤਾਂ ਕੋਰਸ ਦੀ ਐਲੀਜੀਬਿਲਿਟੀ ਚੈੱਕ ਕਰੋ, ਯੂਨੀਵਰਸਿਟੀ ਦੀ ਐਲੀਜੀਬਿਲਿਟੀ ਚੈੱਕ ਕਰੋ ਕਿ ਮੇਰੇ ਇੰਨੇ % ਮਾਰਕਸ ਆ ਚੁੱਕੇ ਨੇ, ਕਿ ਮੈਂ ਇਸ ਕੋਰਸ ਦੇ ਵਿੱਚ ਸੁਟੇਬਲ ਹੈਗਾ, ਜੇ ਮੈਂ ਇੰਨੇ ਬੈਂਡ ਸਕੋਰ ਲੈ ਲੈਣਾ ਤਾਂ ਕਿ ਕੱਲ ਨੂੰ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ। ਅਗਰ ਇਸ
ਸੋਚ ਦੇ ਨਾਲ ਬੱਚਾ ਚੱਲੇਗਾ ਤਾਂ ਉਹਨੂੰ ਅੱਗੇ ਜਾ ਕੇ ਫਿਊਚਰ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਕੋਈ ਵੀ ਏਜੰਟ ਤੁਹਾਨੂੰ ਮਿਸਗਾਈਡ ਨਹੀਂ ਕਰ ਸਕਦਾ ਜਦ ਤੁਹਾਨੂੰ ਖੁਦ ਨੌਲੇਜ ਹੈ। ਤੁਹਾਡੇ ਕੋਲ ਆਸਟ੍ਰੇਲੀਆ ਦੀ ਆਫੀਸ਼ੀਅਲ ਵੈਬਸਾਈਟ ਹੈਗੀ ਹੈ, ਸਟੂਡੈਂਟ ਤੇ ਤੁਸੀਂ ਚੈੱਕ ਕਰ ਸਕਦੇ ਹੋ। ਸਬ ਕਲਾਸ 500 ਜੋ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਹੈਗਾ, ਉਸ ਤੇ ਤੁਸੀਂ ਆਪਣੇ ਚੈੱਕ ਕਰੋ ਡਾਕੂਮੈਂਟਸ, ਤੁਸੀਂ ਰਿਕੁਆਇਰਮੈਂਟ ਚੈੱਕ ਕਰੋ, ਚਾਹੇ ਉਹ ਬੈਂਡ ਸਕੋਰ ਦੀ ਰਿਕੁਆਇਰਮੈਂਟ ਹੈ, ਚਾਹੇ ਓਵਰਆਲ ਪਰਸੈਂਟੇਜ ਦੀ ਰਿਕੁਆਇਰਮੈਂਟ ਹੈ, ਜਾਂ ਕੀ ਤੁਹਾਨੂੰ ਡਾਕੂਮੈਂਟਸ ਅੱਗੇ ਚਾਹੀਦੇ ਹੋਣਗੇ, ਤਾਂ ਉਸ ਚੀਜ਼ ਨੂੰ ਬੱਚਾ ਹੁਣ ਤੋਂ ਹੀ ਪ੍ਰਿਪੇਅਰ ਕਰਕੇ ਜਾ ਸਕਦਾ ਹੈ। ਬਿਲਕੁਲ। ਤੇ ਆਸਟ੍ਰੇਲੀਆ ਬਾਰੇ ਆਪਾਂ ਗੱਲ ਕਰ ਚੁੱਕੇ, ਕੈਨੇਡਾ ਬਾਰੇ ਗੱਲ ਜ਼ਰੂਰ ਕਰਦੇ ਹਾਂ, ਕਿਉਂਕਿ ਲਗਾਤਾਰ ਜਦੋਂ ਤੋਂ ਵੈਸੇ ਕੈਨੇਡਾ ਨੇ ਕੈਟਾਗਰੀਜ਼ 2 ਬਣਾਈਆਂ, SDS ਨੋਨ SDS, ਉਦੋਂ ਤੋਂ ਹੀ ਸਟੂਡੈਂਟਸ ਦੀ ਕਨਫਿਊਜ਼ਨ ਔਰ ਅੱਜ ਤੱਕ ਵੀ ਕਨਫਿਊਜ਼ਨ ਜ਼ਰੂਰ ਬਰਕਰਾਰ ਹੈ। ਪਰ ਅਸੀਂ ਵੀ ਉਦੋਂ ਤੋਂ ਹੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ ਇਸ ਸ਼ੋਅ ਦੇ ਜ਼ਰੀਏ, ਹਰ ਵਾਰੀ ਡਿਸਕਸ ਕਰਦੇ ਹਾਂ ਕਿਉਂਕਿ ਸਵਾਲ ਲਗਾਤਾਰ ਆਉਂਦੇ ਨੇ। ਸੋ ਮੈਮ, ਕੈਨੇਡਾ SDS ਨੋਨ SDS ਦੀ ਜਦ ਗੱਲ ਕਰਦੇ ਹਾਂ, ਅੱਜ ਦੇ ਟਾਈਮ ਵਿੱਚ ਰਿਜ਼ਲਟ ਵਿੱਚ ਗੱਲ ਕਰੀਏ ਤਾਂ ਸਕਸੈਸ ਰੇਟ ਕਿਸ ਕੈਟਾਗਰੀ ਦਾ ਜ਼ਿਆਦਾ ਅੱਛਾ ਆ ਰਿਹਾ ਜੀ? ਬਿਲਕੁਲ ਮੈਮ, ਤੁਸੀਂ ਸਵਾਲ ਪੁੱਛਿਆ SDS ਨੋਨ SDS ਕੈਟਾਗਰੀਜ਼ ਦੇ ਵਿੱਚ। ਇਹਦੇ ਵਿੱਚ ਮੈਂ ਦੱਸਣਾ ਚਾਹੁੰਦੀ ਹਾਂ, ਐਸਾ ਕੁਝ ਨਹੀਂ ਹੈ ਕਿ SDS ਦੇ ਵੀਜ਼ਾਸ ਹੀ ਆਉਂਦੇ ਆ, ਨੋਨ SDS ਦੇ ਵੀਜ਼ਾ ਨਹੀਂ ਆਉਂਦੇ। ਹੁਣ ਦੇ ਟਾਈਮ ਦੇ ਵਿੱਚ ਜੇਕਰ ਆਪਾਂ ਦੇਖਾਂਗੇ ਤਾਂ SDS ਬੱਚਿਆਂ ਦੇ ਰਿਫਿਊਜ਼ਲ ਵੀ ਆ ਰਹੇ ਨੇ, ਨੋਨ SDS ਵਾਲੇ ਬੱਚਿਆਂ ਦੇ ਵੀਜ਼ਾਸ ਵੀ ਆ ਰਹੇ ਨੇ। ਉਹ ਸਿਰਫ ਇਸ ਕਰਕੇ ਕਿ ਆਪਾਂ ਫਾਈਲ ਨੂੰ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ। ਜਿਹੜੀ ਤੁਹਾਡੀ SOP ਲਿਖੀ ਜਾਂਦੀ ਹੈ, ਯਾਨੀ ਕਿ ਸਟੇਟਮੈਂਟ ਆਫ ਪਰਪਸ, ਉਹਦੇ ਵਿੱਚ ਆਪਣਾ ਪਰਪਸ ਆਫ ਵਿਜ਼ਿਟ ਆਪਾਂ ਕਿਉਂ ਚੱਲੇ ਆ ਤੇ ਕਿਉਂ ਵਾਪਸ ਆਵਾਂਗੇ। ਕਿ ਅਗਰ ਮੈਂ ਸਟੱਡੀ ਕਰਨ ਇੰਟਰਨੈਸ਼ਨਲ ਕੰਟਰੀ ਦੇ ਵਿੱਚ, ਕੈਨੇਡਾ ਦੇ ਵਿੱਚ ਜਾ ਰਿਹਾ, ਕਿ ਮੈਂ ਆਪਣੀ ਹੋਮ ਕੰਟਰੀ ਦੇ ਵਿੱਚ ਸਟੱਡੀ ਕਿਉਂ ਨਹੀਂ ਕੰਪਲੀਟ ਕਰ ਰਿਹਾ, ਉਸ ਦੇ ਤੁਸੀਂ ਪ੍ਰੋਪਰ ਜੈਨੂਇਨ ਤਰੀਕੇ ਨਾਲ ਆਪਣੀ SOP ਲਿਖੋ, ਨਾ ਕਿ ਸਿਰਫ ਕਾਪੀ ਪੇਸਟ ਕਰਕੇ ਅਪਲਾਈ ਕਰੋ। ਠੀਕ ਹੈ ਜੀ। SOP ਦੇ ਵਿੱਚ ਅਗਰ ਆਪਾਂ ਦੇਖਦੇ ਆ ਕਿ 3-4 ਪੇਜਾਂ ਦੀ ਜੀ SOP ਲਿਖਤੀ ਆ ਤਾਂ ਮਤਲਬ ਵਧੀਆ ਹੀ ਹੋਏਗੀ, ਬਟ ਐਸਾ ਕੁਝ ਨਹੀਂ ਹੈ। ਆਪਾਂ ਕੁਆਂਟੀਟੀ ਦੇ ਵਿੱਚ ਨਾ ਜਾਓ, ਤੁਸੀਂ ਕੁਆਲਿਟੀ ਦੇ ਵਿੱਚ ਜਾਓ। ਅਗਰ ਤੁਹਾਡੀ SOP 1 ਪੇਜ ਦੀ ਵੀ ਲਿਖੀ ਗਈ ਹੈ ਨਾ, ਬਟ ਉਹ ਵੀਜ਼ਾ ਆਫਿਸਰ ਨੂੰ ਇੰਨੀ ਸੈਟੀਸਫਾਈ ਕਰਦੇ ਕਿ ਉਹ ਤੁਹਾਨੂੰ ਵੀਜ਼ਾ ਦੇ ਦੇਵੇ। ਸਿਰਫ ਕੈਟਾਗਰੀਜ਼ ਦੀ ਜੇਕਰ ਮੈਂ ਗੱਲ ਕਰਾਂ SDS ਨੋਨ SDS ਦੀ, ਅਗਰ ਇਵੇਂ ਹੁੰਦਾ ਉਹਨਾਂ ਨੇ ਨੋਨ SDS ਨੂੰ ਵੀਜ਼ਾਸ ਨਹੀਂ ਦਿੰਦੇ ਤਾਂ ਐਪਲੀਕੇਸ਼ਨਸ ਹੀ ਬੰਦ ਹੋ ਜਾਂਦੀ, ਐਮਬੈਸੀ ਦੇ ਵਿੱਚ ਅਪਲਾਈ ਹੋਣੀਆਂ। SDS ਕੈਟਾਗਰੀਜ਼ ਤੇ ਨੋਨ SDS ਕੈਟਾਗਰੀਜ਼ ਇਸ ਲਈ ਬਣਾਈ ਕੀਤੀਆਂ ਗਈਆਂ ਕਿ ਜਿਹੜਾ ਫਾਈਲਸ ਥੋੜੀ ਫਿਲਟਰ ਹੋ ਜਾਣ, ਫਾਈਲਸ ਫਿਲਟਰ ਹੋ ਜਾਣਗੀਆਂ। ਅਗਰ SOP ਜੈਨੂਇਨ ਹੈਗੀ ਹੈ, ਪ੍ਰੋਪਰ ਵੇ ਨਾਲ ਲਿਖੀ ਹੋਈ ਹੈ, ਵੀਜ਼ਾ ਆਫਿਸਰ ਨੂੰ ਸੈਟੀਸਫਾਈ ਕਰ ਰਿਹਾ ਤੁਹਾਡਾ ਸਟੇਟਮੈਂਟ ਆਫ ਪਰਪਸ, ਤੁਹਾਨੂੰ ਵੀਜ਼ਾ ਬਿਲਕੁਲ ਮਿਲਦਾ ਹੈ ਜੀ। ਬਿਲਕੁਲ। ਤੇ ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਇੱਕ ਵੀਜ਼ਾ ਲੈਣ ਦੇ ਲਈ ਸਟੂਡੈਂਟਸ ਨੂੰ ਕਿਹੜੀ ਚੀਜ਼ਾਂ ਦਾ ਪ੍ਰੋਪਰ ਮੈਚ ਸਹੀ ਬਣਾਉਣਾ ਚਾਹੀਦਾ? ਚਾਹੇ ਆਪਾਂ ਕੋਰਸ ਦੀ ਗੱਲ ਕਰੀਏ, ਯੂਨੀਵਰਸਿਟੀ ਦੀ ਗੱਲ ਕਰੀਏ, ਪ੍ਰੋਵਿੰਸ ਦੀ ਗੱਲ ਕਰੀਏ, ਇਹ ਪ੍ਰੋਫਾਈਲ ਦੇ ਨਾਲ ਕਿਵੇਂ ਮੈਚ ਕਰਨੀਆਂ ਚਾਹੀਦੀਆਂ ਸਟੂਡੈਂਟ ਨੂੰ? ਹੁਣ ਅਗਰ ਆਪਾਂ ਪ੍ਰੋਫਾਈਲਸ ਦੀ ਗੱਲ ਕਰਦੇ ਹਾਂ, ਬੱਚਾ ਕੋਈ ਆਪਣੇ ਕੋਲ ਆਂਦਾ ਹੈ, ਠੀਕ ਹੈ, ਉਸ ਦੀ ਕੋਈ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਕ੍ਰਾਈਟੇਰੀਆ, ਐਡਮਿਸ਼ਨ ਕ੍ਰਾਈਟੇਰੀਆ ਹਰ ਇੱਕ ਯੂਨੀਵਰਸਿਟੀ ਕਾਲਜ ਬਣਾ ਕੇ ਰੱਖਦਾ ਹੈ ਕਿ ਅਗਰ ਇਹ ਐਡਮਿਸ਼ਨ ਕ੍ਰਾਈਟੇਰੀਆ ਨੂੰ ਬੱਚਾ ਫੁੱਲਫਿਲ ਕਰ ਰਿਹਾ ਤਾਂ ਉਹ ਆਪਣੀ ਐਪਲੀਕੇਸ਼ਨ ਸਾਡੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦਾ ਹੈ, ਚਾਹੇ ਉਹ ਪਬਲਿਕ ਕਾਲਜ ਹੈ, ਚਾਹੇ ਉਹ ਪ੍ਰਾਈਵੇਟ ਕਾਲਜ ਹੈ। ਹੁਣ ਅਗਰ ਬੱਚੇ ਦੀ ਪ੍ਰੋਫਾਈਲ ਉਸ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕ੍ਰਾਈਟੇਰੀਆ ਨੂੰ ਮੀਟ ਹੀ ਨਹੀਂ ਕਰ ਰਹੀ, ਤਾਂ ਵੀਜ਼ਾ ਆਫਿਸਰ ਤੋਂ ਆਪਾਂ ਕਿੱਦਾਂ ਐਕਸਪੈਕਟ ਕਰ ਸਕਦੇ ਕਿ ਸਾਨੂੰ ਵੀਜ਼ਾ ਦੇ ਦੇਗਾ? ਜਦੋਂ SOP ਲਿਖ ਰਹੇ ਹੋ, SOP ਤੇ ਧਿਆਨ ਰੱਖੋ। ਸਭ ਤੋਂ ਪਹਿਲਾਂ ਕਾਲਜ ਜਾਂ ਯੂਨੀਵਰਸਿਟੀ ਦਾ ਐਡਮਿਸ਼ਨ ਕ੍ਰਾਈਟੇਰੀਆ ਚੈੱਕ ਕਰੋ। ਕ੍ਰਾਈਟੇਰੀਆ ਨੂੰ ਤੁਸੀਂ ਫਿਲਫਿਲ ਕਰ ਰਹੇ ਹੋ ਤਾਂ ਤੁਸੀਂ ਆਪਣੀ ਲੋਕੇਸ਼ਨ ਦੇਖੋ ਕਿ ਇਸ ਲੋਕੇਸ਼ਨ ਦੇ ਵਿੱਚ ਮੈਂ ਜਾਊਂਗਾ ਤਾਂ ਮੇਰੇ ਵੀਜ਼ਾ ਚਾਂਸਸ ਜ਼ਿਆਦਾ ਨੇ। ਅਗਰ ਮੈਂ ਇਹ ਕੋਰਸ ਲਊਂਗਾ, ਇਹ ਕੋਰਸ ਮੇਰੀ ਸਟੱਡੀਜ਼ ਦੇ ਨਾਲ ਰੈਲੇਵੈਂਟ ਹੈਗਾ। 10th 12th ਗ੍ਰੈਜੂਏਸ਼ਨ ਕੁਝ ਵੀ ਕੀਤਾ ਹੋਇਆ, ਤੁਸੀਂ ਹਰ ਇੱਕ ਸਬਜੈਕਟਸ ਦੇ ਤੁਹਾਡੇ ਨੰਬਰ ਚੈੱਕ ਕੀਤੇ ਜਾਂਦੇ ਜਦੋਂ ਆਪਾਂ ਇੱਕ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੈ। ਕੋਰਸ ਦੀ ਰੈਲੇਵੈਂਸੀ ਬਿਲਕੁਲ ਜ਼ਰੂਰੀ ਹੈ, ਕੋਰਸ ਸਬਜੈਕਟਸ ਦੇ ਨੰਬਰ ਵੀ ਨਾਲ ਦੇਖੇ ਜਾਂਦੇ ਨੇ। ਮੋਰ ਓਵਰ ਤੁਸੀਂ ਕਿਹੜੇ ਇਨਟੇਕ ਦੇ ਵਿੱਚ ਅਪਲਾਈ ਕਰ ਰਹੇ ਹੋ, ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖੋ ਕਿ ਉਸ ਦੇ ਵਿੱਚ ਮੈਨੂੰ ਬੈਨੀਫਿਟ ਹੋਏਗਾ ਕਿ ਨਹੀਂ ਹੋਏਗਾ। ਗੈਪ ਹੈ ਤਾਂ ਗੈਪ ਕਿਸ ਕਾਰਨ ਹੈ, ਉਸ ਦੀ ਪ੍ਰੋਪਰ ਜਸਟੀਫਿਕੇਸ਼ਨ ਦੇਵੋ ਜੀ। ਜਿਵੇਂ ਆਪਾਂ ਪ੍ਰੋਵਿੰਸ ਦੀ ਵੀ ਗੱਲ ਕਰ ਲਈਏ, ਪ੍ਰੋਵਿੰਸ ਦੀ ਸਿਲੈਕਸ਼ਨ ਕਰਨੀ ਕਿਸ ਤਰੀਕੇ ਨਾਲ ਦੇਖਣੀ ਚਾਹੀਦੀ, ਕਿ ਸਟੱਡੀ ਵਾਈਜ਼ ਦੇਖਣੀ ਚਾਹੀਦੀ ਹੈ ਕਿ ਜੌਬ ਵਾਈਜ਼ ਦੇਖਣੀ ਚਾਹੀਦੀ ਹੈ? ਕਿਉਂਕਿ ਚਲੋ ਜ਼ਿਆਦਾਤਰ ਤਾਂ ਸਟੂਡੈਂਟ ਦਾ ਇਹ ਰਹਿੰਦਾ ਕਿ ਮੇਰਾ ਰਿਸ਼ਤੇਦਾਰ ਫਲਾਣੀ ਜਗ੍ਹਾ ਸੀ, ਉੱਥੇ ਚੱਲ ਜਾਈਏ, ਪਰ ਕੀ ਪ੍ਰੋਵਿੰਸ ਦੀ ਸਹੀ ਸਿਲੈਕਸ਼ਨ ਦੇ ਨਾਲ ਵੀ ਵੀਜ਼ਾ ਲੱਗਣਾ, ਗ੍ਰਾਂਟ ਹੋਣਾ ਕਿ ਨਹੀਂ ਹੋਣਾ, ਫਰਕ ਪੈਂਦਾ? ਬਿਲਕੁਲ ਪੈਂਦਾ ਹੈ ਜੀ। ਸਭ ਤੋਂ ਵੱਡੀ ਪ੍ਰੋਬਲਮ ਇਹਦੇ ਵਿੱਚ ਹੀ ਆਉਂਦੀ ਕਿ ਆਪਾਂ ਦੇਖ ਲੈਂਦੇ ਹਾਂ ਮੇਰਾ ਕੋਈ ਰਿਸ਼ਤੇਦਾਰ ਰਹਿੰਦਾ, ਮੇਰੇ ਤਾਏ ਦਾ ਮੁੰਡਾ ਜਾਂ ਭੂਆ ਦੀ ਕੁੜੀ, ਕੋਈ ਵੀ ਰਹਿੰਦਾ, ਤੇ ਮੈਂ ਉਹਦੇ ਵਿੱਚ ਹੀ ਅਪਲਾਈ ਕਰਨਾ। ਹੁਣ ਅਗਰ ਉਸ ਯੂਨੀਵਰਸਿਟੀ ਜਾਂ ਉਹ ਪ੍ਰੋਵਿੰਸ ਦੇ ਵਿੱਚ ਤੁਹਾਡੀ ਐਲੀਜੀਬਿਲਟੀ ਨਹੀਂ ਬਣਦੀ ਤਾਂ ਤੁਸੀਂ ਕਿਉਂ ਅਪਲਾਈ ਕਰਨਾ? ਉਸ ਦੇ ਵਿੱਚ ਜਿੱਦ ਨਾਲ ਅਪਲਾਈ ਕਰੋਗੇ ਤੁਹਾਡੀ ਰਿਫਿਊਜ਼ਲ ਆ ਜਾਏਗੀ। ਸਾਡੀ ਟੀਮ ਜਿਹੜੀ ਹੈ, ਅਸੀਂ ਸਿਰਫ ਇੱਕ ਐਜ਼ ਅ ਏਜੰਟ ਨਹੀਂ ਕੰਮ ਕਰਦੇ, ਅਸੀਂ ਤੁਹਾਡੇ ਨਾਲ ਇੱਕ ਐਜ਼ ਅ ਵੀਜ਼ਾ ਕਾਉਂਸਲਰ, ਕਰੀਅਰ ਨੂੰ ਲੈ ਕੇ ਅਸੀਂ ਤੁਹਾਡੇ ਚੱਲਦੇ, ਉਸ ਦੇ ਅਕੋਰਡਿੰਗ ਤੁਹਾਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਤਾਂ ਕਿ ਕੱਲ ਨੂੰ ਅਗਰ ਤੁਸੀਂ ਕੈਨੇਡਾ ਵੀ ਚੱਲਣਾ, ਤੁਸੀਂ PR ਲੈਣੀ ਹੈ, ਵਰਕ ਪਰਮਿਟ ਲੈਣਾ, ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਪ੍ਰੋਵਿੰਸ ਦੀ ਸਿਲੈਕਸ਼ਨ ਜਦੋਂ ਤੁਸੀਂ ਕਰਦੇ ਹੋ, ਤੁਸੀਂ ਇਹ ਦੇਖੋ ਕਿ ਅਗਰ ਮੈਂ ਇੱਧਰ ਵਾਲੀ ਪ੍ਰੋਵਿੰਸ ਦੇ ਵਿੱਚ ਅਪਲਾਈ ਕਰਾਂ, ਮੇਰਾ ਵੀਜ਼ਾ ਸਕਸੈਸ ਰੇਟ ਜ਼ਿਆਦਾ ਹੈ। ਅਗਰ ਮੰਨ ਲਓ ਮੈਂ B ਪ੍ਰੋਵਿੰਸ ਦੇ ਵਿੱਚ ਅਪਲਾਈ ਕਰਾਂ, ਮੇਰਾ ਵੀਜ਼ਾ ਸਕਸੈਸ ਰੇਟ ਅਗਰ ਉੱਥੇ
ਘੱਟ ਹੈ ਤਾਂ ਆਪਾਂ ਕਿਉਂ ਅਪਲਾਈ ਕਰਨਾ ਹੈ। ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰੋ, ਕਾਲਜਿਸ 'ਚ ਕਰੋ, ਚਾਹੇ ਉਹ ਪਬਲਿਕ ਹੈ ਚਾਹੇ ਉਹ ਪ੍ਰਾਈਵੇਟ ਹੈ, ਐਡਮਿਸ਼ਨ ਕ੍ਰਾਈਟੇਰੀਆ ਨੂੰ ਮੀਟ ਕਰ ਰਹੇ ਹੋ ਤਾਂ ਤੁਸੀਂ ਜ਼ਰੂਰ ਅਪਲਾਈ ਕਰ ਸਕਦੇ ਹੋ। ਐਸਓਪੀ ਨੂੰ ਇਹ ਪ੍ਰੋਪਰ ਵੇ ਨਾਲ ਤੁਸੀਂ ਖੁਦ ਇੱਕ ਵਾਰੀ ਚੈੱਕ ਕਰਿਆ ਕਰੋ। ਕਿਸੇ ਵੀ ਏਜੰਟ ਦੇ ਕੋਲ ਤੁਸੀਂ ਅਪਲਾਈ ਕਰਦੇ ਹੋ, ਆਪਣੀ ਐਸਓਪੀ ਨੂੰ ਦੇਖ ਕੇ ਹੀ ਤੁਹਾਨੂੰ ਵੀਜ਼ਾ ਆਫਿਸਰ ਨੇ ਵੀਜ਼ਾ ਦੇਣਾ, ਜੋ ਕਿ ਬਹੁਤ ਜ਼ਰੂਰੀ ਪਾਰਟ ਹੈ। ਅੱਜ ਕੱਲ੍ਹ ਦੇ ਏਜੰਟਸ ਕੀ ਕਰਦੇ, ਮੰਨ ਲਓ ਜਿਹਦੇ ਕੋਲ 500,000 ਫਾਈਲ ਆ, ਕੋਈ ਵੀ ਏਜੰਟ ਤੁਹਾਡੀ ਐਸਓਪੀ ਖੁਦ ਨਹੀਂ ਲਿਖਦਾ ਹੁੰਦਾ। ਸਟੂਡੈਂਟ ਆਪਣੀ ਐਸਓਪੀ ਖੁਦ ਚੈੱਕ ਕਰੇ, ਖੁਦ ਲਿਖੇ, ਆਪਣੇ ਪੁਆਇੰਟਸ ਜਿਹੜੇ ਆ ਉਹ ਆਪਣੇ ਏਜੰਟ ਨੂੰ ਦੱਸੇ ਕਿ ਮੈਂ ਆਪਣੇ ਪੁਆਇੰਟਸ ਮੈਂਸ਼ਨ ਕਰਨਾ ਚਾਹੁੰਦਾ, ਤਾਂ ਕਿ ਤੁਹਾਡੀ ਸਟੇਟਮੈਂਟ ਆਫ ਪਰਪਸ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ। ਜੀ ਬਿਲਕੁਲ। ਤੇ ਜਿਹੜੇ ਸਟੂਡੈਂਟਸ ਗ੍ਰੈਜੂਏਸ਼ਨ ਦੇ ਲਈ ਅਪਲਾਈ ਕਰ ਰਹੇ ਨੇ ਜਾਂ ਫਿਰ ਜਿਹੜੇ ਸਟੂਡੈਂਟਸ ਮਾਸਟਰਸ ਲਈ ਅਪਲਾਈ ਕਰ ਰਹੇ ਨੇ, ਤਾਂ ਦੋਵੇਂ ਕੈਟਾਗਰੀਜ਼ ਦੇ ਵਿੱਚ ਫਾਈਲਿੰਗ ਦਾ ਪ੍ਰੋਸੈਸ ਕਿੰਨਾ ਕੁ ਡਿਫਰੈਂਟ ਰਹਿੰਦਾ ਹੈ ਔਰ ਕਿਹੜੀ ਚੀਜ਼ਾਂ ਬਦਲ ਜਾਂਦੀਆਂ ਨੇ? ਕਿਉਂਕਿ ਕਈ ਵਾਰੀ ਸੋਚਿਆ ਜਾਂਦਾ ਸੇਮ ਹੀ ਪ੍ਰੋਸੈਸ ਰਹੇਗਾ, ਪਰ ਫਿਰ ਵੀ ਕੁਛ ਨਾ ਕੁਛ ਫਰਕ ਤਾਂ ਹੁੰਦਾ ਹੀ ਹੋਏਗਾ ਨਾ ਫਾਈਲਿੰਗ 'ਚ, ਗ੍ਰੈਜੂਏਸ਼ਨ ਲਈ ਜਾ ਰਿਹਾ ਜਾਂ ਕੋਈ ਮਾਸਟਰਸ ਲਈ ਜਾ ਰਿਹਾ। ਬਿਲਕੁਲ ਮੈਮ, ਇਹਦੇ ਵਿੱਚ ਸੇਮ ਐਡਮਿਸ਼ਨ ਕ੍ਰਾਈਟੇਰੀਆ ਡਿਫਰੈਂਟ ਰਹਿ ਜਾਂਦਾ। ਮਾਸਟਰਸ ਲਈ ਚੱਲੇ ਤਾਂ ਆਪਾਂ ਡਬਲ ਮਾਸਟਰਸ ਲਈ ਅਗਰ ਜਾ ਰਹੇ, ਤੁਸੀਂ ਉਹਦਾ ਕ੍ਰਾਈਟੇਰੀਆ ਚੈੱਕ ਕਰੋ ਕਿ ਅਗਰ ਇਹ ਕੋਰਸ ਦੀ ਕੀ ਰਿਕੁਆਇਰਮੈਂਟ ਹੈ, ਕਿ ਮੇਰੇ ਕੋਲ ਉਹ ਕੋਰਸ ਸਬਜੈਕਟਸ ਹੈਗੇ ਨੇ ਜਿਹਦੇ ਲਈ ਮੈਂ ਅੱਗੇ ਫਰਦਰ ਸਟੱਡੀਜ਼, ਇੰਟਰਨੈਸ਼ਨਲ ਸਟੱਡੀਜ਼ ਲਈ ਜਾ ਰਿਹਾ, ਜਾਂ ਕੀ ਮੇਰਾ ਉਹਨਾਂ ਬੈਂਡ ਸਕੋਰ ਹੈਗੇ ਕਿ ਮੈਂ ਇਸ ਕੋਰਸ ਦੇ ਵਿੱਚ ਅਪਲਾਈ ਕਰ ਸਕਦਾ। ਇਹਨਾਂ ਚੀਜ਼ਾਂ ਦਾ ਤੁਸੀਂ ਬਿਲਕੁਲ ਧਿਆਨ ਰੱਖਿਆ ਕਰੋ। ਜਦੋਂ ਆਪਾਂ ਸਿਰਫ ਬਾਹਰ ਚੱਲੇ, ਤੁਸੀਂ ਇਹ ਨਾ ਦੇਖੋ ਕਿ ਮੈਂ ਕੈਨੇਡਾ ਦੇ ਜਾਂ ਕੋਈ ਵੀ ਆਸਟ੍ਰੇਲੀਆ ਦੇ ਕਾਲਜ ਦੇ ਵਿੱਚ ਕਿਸੇ ਵੀ ਕੋਰਸ 'ਚ ਅਪਲਾਈ ਕਰ ਦਵਾਂ, ਵੀਜ਼ਾ ਤੁਹਾਡਾ ਬਿਲਕੁਲ ਵੀ ਨਹੀਂ ਆਏਗਾ। ਹਰ ਇੱਕ ਚੀਜ਼ ਨੂੰ ਤੁਸੀਂ ਦੇਖ ਕੇ ਚੱਲੋ, ਫਰੋਮ ਵੈਰੀ ਫਸਟ ਸਟੈਪ ਤੋਂ ਲੈ ਕੇ ਲਾਸਟ ਸਟੈਪ ਤੱਕ ਦਾ ਤੁਸੀਂ ਧਿਆਨ ਰੱਖੋ। ਜੀ ਬਿਲਕੁਲ। ਸੋ ਨਾਲ ਦੀ ਨਾਲ ਨੰਬਰ ਵੀ ਡਿਸਪਲੇ ਹੋ ਰਿਹਾ ਤੇ ਸ਼ੋਅ ਦੇ ਦੌਰਾਨ ਅਸੀਂ ਕਾਲਸ ਇਸ ਲਈ ਨਹੀਂ ਰਿਸੀਵ ਕਰ ਰਹੇ ਹਾਂ ਅੱਜ ਕਿ ਬਹੁਤ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਹੁੰਦੀ ਹੈ। ਕਈ ਵਾਰੀ ਕਾਲਸ ਰਿਸੀਵ ਕਰਨ ਦੇ ਨਾਲ ਉਹ ਇਨਫੋਰਮੇਸ਼ਨ ਜੋ ਹੈ ਸਾਰੀ ਤੁਹਾਡੇ ਤੱਕ ਨਹੀਂ ਪਹੁੰਚ ਪਾਉਂਦੀ ਹੈ, ਲੇਕਿਨ ਨੰਬਰ ਜੋ ਲਗਾਤਾਰ ਡਿਸਪਲੇ ਹੋ ਰਿਹਾ ਇਸ ਉੱਪਰ ਤੁਸੀਂ ਕਾਲ ਇਸ ਸਮੇਂ ਵੀ ਕਰ ਸਕਦੇ ਹੋ। ਵਰਲਡ ਐਜੂਕੇਸ਼ਨ ਐਡਵਾਈਜ਼ਰਸ ਦੀ ਟੀਮ ਜੋ ਹੈ ਤੁਹਾਡੀ ਕਾਲਸ ਦਾ ਜਵਾਬ ਦੇਗੀ, ਤੁਹਾਨੂੰ ਸਹੀ ਕਾਉਂਸਲਿੰਗ ਦੇਗੀ। ਤੁਹਾਡਾ ਕੋਈ ਵੀ ਸਵਾਲ ਹੈ ਤੁਹਾਡੀ ਪ੍ਰੋਫਾਈਲ ਨਾਲ ਰਿਲੇਟਡ ਜਾਂ ਕੋਰਸ ਨਾਲ ਰਿਲੇਟਡ, ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਛੋਟੀ ਬਾਰਾਂਦਰੀ ਪਟਿਆਲਾ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਆਪਣੇ ਡਾਕੂਮੈਂਟਸ ਵੀ ਲੈ ਕੇ ਜਾਓ, ਪੇਰੈਂਟਸ ਨੂੰ ਨਾਲ ਲੈ ਕੇ ਜਾਓ ਤੇ ਪੂਰੀ ਤੁਸੀਂ ਗੱਲਬਾਤ ਕਰ ਸਕਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ, ਅਸੈਸਮੈਂਟ ਕਰਵਾਓ, ਤਾਂ ਕਿ ਤੁਸੀਂ ਬਹੁਤ ਕਨਫਿਊਜ਼ਨ ਵਿੱਚ ਨਾ ਪੈ ਕੇ ਸਹੀ ਰਸਤੇ ਤੇ ਚੱਲਦੇ ਹੋਏ ਆਪਣਾ ਸਟੱਡੀ ਵੀਜ਼ਾ ਜੋ ਹੈ ਹਾਸਿਲ ਕਰ ਸਕੋ। ਤਾਂ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਵਰਲਡ ਐਜੂਕੇਸ਼ਨ ਐਡਵਾਈਜ਼ਰਸ ਵੱਲੋਂ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਉੱਪਰ ਕੰਮ ਕਰਕੇ ਸਕਸੈਸਫੁਲੀ ਸਟੱਡੀ ਵੀਜ਼ਾ ਲਿਆਂਦਾ ਗਿਆ, ਤਾਂ ਕਿ ਸਟੂਡੈਂਟਸ ਨੂੰ ਵੀ ਪਤਾ ਚੱਲੇ ਕਿਸ ਤਰ੍ਹਾਂ ਦੀ ਵਰਕਿੰਗ ਹੈ ਵਰਲਡ ਐਜੂਕੇਸ਼ਨ ਐਡਵਾਈਜ਼ਰਸ ਦੀ। ਸਾਡੀ ਟੀਮ ਦੇ ਵੱਲੋਂ ਉਹਨਾਂ ਬੱਚਿਆਂ ਦੇ ਵੀ ਮੈਮ ਵੀਜ਼ਾਸ ਗ੍ਰਾਂਟ ਹੋਏ ਆ ਜਿਨ੍ਹਾਂ ਦਾ 2 ਤੋਂ 4 ਸਾਲ ਦਾ ਸਟੱਡੀ ਗੈਪ ਹੈ, ਜਾਂ ਨੌਨ ਐਸਡੀਐਸ ਪ੍ਰੋਫਾਈਲ ਸੀਗੀ, ਕਿਸੇ ਦੇ ਇੱਕ ਮੋਡਿਊਲ 'ਚ 5.5 ਹੈ, ਕਿਸੇ ਦੇ 2 ਮੋਡਿਊਲ ਦੇ ਵਿੱਚ 5.5 ਹੈ, ਉਹ ਬੱਚੇ ਦਾ ਸਤੰਬਰ ਇਨਟੇਕ ਦੇ ਵਿੱਚ ਵੀ ਵੀਜ਼ਾਸ ਗ੍ਰਾਂਟ ਹੋਏ ਨੇ। ਸਿਰਫ ਇਹ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ ਨੇ ਕਿ ਤੁਹਾਡੀ ਐਸਓਪੀ ਕਿਸ ਵੇ ਨਾਲ ਲਿਖੀ ਗਈ ਹੈ, ਜਿਹੜੀ ਤੁਹਾਡੀ ਫਾਈਲ ਆ, ਐਪਲੀਕੇਸ਼ਨ ਆ, ਲਾਇਰ ਦੇ ਥਰੂ ਅਸੈਸਮੈਂਟ ਕਰਵਾ ਕੇ ਤੁਹਾਨੂੰ ਸਹੀ ਸਲਾਹ ਦਿੱਤੀ ਗਈ ਹੈ ਕਿ ਤੁਸੀਂ ਇਸ ਕਾਲਜ ਦੇ ਵਿੱਚ, ਇਸ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੋ। ਹੁਣ ਜੇਕਰ ਮੈਂ ਗੱਲ ਕਰਦੀ ਆ, ਬੱਚੇ ਕਰਦੇ ਆਪਣੇ ਡਾਕੂਮੈਂਟ ਸੈਂਡ ਕਰ ਦਿੰਦੇ, ਕੋਈ ਦੂਰੋਂ ਦੀ ਹੈ, ਮੰਨ ਲਓ ਕੋਈ ਤਰਨਤਾਰਨ ਤੋਂ ਬੱਚਾ ਹੈ, ਕੋਈ ਦਿੱਲੀ ਤੋਂ ਹੈ, ਉਹ ਆਪਣੇ ਡਾਕੂਮੈਂਟਸ ਭੇਜ ਦਿੰਦਾ, ਬਟ ਡਾਕੂਮੈਂਟਸ ਤੁਸੀਂ WhatsApp ਤੇ ਭੇਜ ਰਹੇ ਹੋ, ਉਹਦੀ ਪ੍ਰੋਪਰ ਅਸੈਸਮੈਂਟ ਨਹੀਂ ਹੋ ਪਾਉਂਦੀ, ਕਿਉਂਕਿ ਤੁਹਾਡੇ ਜਿਹੜੇ ਡਾਕੂਮੈਂਟਸ ਅੱਗੇ ਅਸੀਂ ਲਾਇਰ ਨੂੰ ਫਾਰਵਰਡ ਕਰਨੇ। ਤੁਸੀਂ ਆਪਣੇ ਡਾਕੂਮੈਂਟ ਲੈ ਕੇ ਇੱਕ ਵਾਰੀ ਆਫਿਸ ਵਿਜ਼ਿਟ ਕਰੋ, ਚੰਗਾ ਲੱਗਦਾ ਤੁਹਾਨੂੰ, ਸਹੀ ਸਲਾਹ ਲੱਗਦੀ ਹੈ ਤਾਂ ਤੁਸੀਂ ਅਪਲਾਈ ਕਰੋ, ਨਹੀਂ ਲੱਗਦੀ ਤਾਂ ਬਿਲਕੁਲ ਤੁਹਾਡੀ ਮਰਜ਼ੀ ਹੈ। ਸਾਡੀ ਟੀਮ ਦੇ ਵੱਲੋਂ ਤੁਹਾਡੇ ਕੋਈ ਵੀ ਡਾਕੂਮੈਂਟਸ ਨਹੀਂ ਰੱਖੇ ਜਾਂਦੇ। ਤੁਸੀਂ ਇਸ ਚੀਜ਼ ਦਾ ਡਰ ਨਾ ਰੱਖੋ ਕਿ ਜੇ ਮੈਂ ਡਾਕੂਮੈਂਟ ਲੈ ਕੇ ਆਵਾਂਗਾ ਤਾਂ ਮੇਰੇ ਡਾਕੂਮੈਂਟ ਰੱਖ ਲਿੱਤੇ ਜਾਣਗੇ, ਬਿਲਕੁਲ ਐਸਾ ਨਹੀਂ ਹੈ ਜੀ। ਸਾਰਾ ਕੁਝ ਤੁਹਾਨੂੰ ਸਟੈਪ ਬਾय ਸਟੈਪ ਅਸੀਂ ਗਾਈਡ ਕਰਦੇ ਆ ਤੁਹਾਡੇ ਡਾਕੂਮੈਂਟਸ ਨੂੰ ਅਸੈਸਮੈਂਟ ਕਰਵਾਉਣ। ਹੁਣ ਬੱਚਾ ਕੋਈ ਡਾਕੂਮੈਂਟ WhatsApp ਤੇ ਭੇਜ ਦਿੰਦਾ, ਕੋਈ ਡਾਕੂਮੈਂਟ ਕਲੀਅਰ ਨਹੀਂ ਹੁੰਦੀ ਹੈ, ਕੁਝ ਨਹੀਂ ਹੈ। ਐਮਬੈਸੀ ਦੇ ਵਿੱਚ ਵੀ ਜਦੋਂ ਆਪਾਂ ਫਾਈਲ ਲਗਾਉਂਦੇ ਆ, ਤੁਸੀਂ ਹਮੇਸ਼ਾ ਚੈੱਕ ਕਰਨਾ ਸਕੈਨ ਡਾਕੂਮੈਂਟਸ ਤੁਹਾਡੇ ਲੱਗਦੇ ਆ। ਕੋਈ ਵੀ ਅਗਰ ਤੁਹਾਡਾ ਬਲਰ ਡਾਕੂਮੈਂਟ ਲੱਗ ਰਿਹਾ ਤਾਂ ਵੀਜ਼ਾ ਆਫਿਸਰ ਨੇ ਵੀਜ਼ਾ ਰਿਜੈਕਟ ਕਰ ਦੇਣਾ, ਤੇ ਆਪਾਂ ਸੋਚਦੇ ਮੇਰੇ ਵੀਜ਼ਾ ਕਿਉਂ ਰਿਜੈਕਟ ਹੋ ਗਿਆ। ਮੇਰੀ ਫਾਈਲ ਬਿਲਕੁਲ ਠੀਕ ਸੀਗੀ, ਮੈਂ ਰੈਲੇਵੈਂਟ ਕੋਰਸ ਲਿੱਤਾ, ਮੇਰੇ ਬੈਂਡ ਸਕੋਰ ਬਿਲਕੁਲ ਠੀਕ ਸੀਗੇ ਜੀ, ਐਸਓਪੀ ਮੇਰੀ ਵਧੀਆ ਤਰ੍ਹਾਂ ਲਿਖੀ ਗਈ ਹੈ, ਮੇਰਾ ਕੋਈ ਗੈਪ ਨਹੀਂ ਸੀਗਾ, ਜਸਟੀਫਿਕੇਸ਼ਨ ਮੈਂ ਪ੍ਰੋਪਰ ਦਿੱਤੀ ਹੈ, ਫਿਰ ਵੀ ਮੇਰੀ ਰਿਫਿਊਜ਼ਲ ਕਿਉਂ ਆ ਗਈ ਹੈ? ਇਨਕੰਪਲੀਟ ਡਾਕੂਮੈਂਟਸ ਕਰਕੇ, ਜਾਂ ਤੁਹਾਡੇ ਡਾਕੂਮੈਂਟ ਸਹੀ ਤਰੀਕੇ ਨਾਲ ਐਮਬੈਸੀ ਦੇ ਵਿੱਚ ਸਬਮਿਟ ਨਹੀਂ ਹੋਏ, ਉਹਨਾਂ ਕਰਕੇ ਵੀ ਰਿਫਿਊਜ਼ਲਸ ਆਉਂਦੀ ਹੈ। ਹੁਣ ਦੀ ਰਿਫਿਊਜ਼ਲ ਜੇਕਰ ਆਪਾਂ ਦੇਖੀਏ ਤਾਂ ਤੁਸੀਂ ਚੈੱਕ ਕਰੋਗੇ ਕਾਲਜਿਸ ਦੀ ਰਿਫਿਊਜ਼ਲ ਦਾ ਸਕਸੈਸ ਰੇਟ ਜ਼ਿਆਦਾ ਰਹਿ ਰਿਹਾ, ਠੀਕ ਹੈ ਜੀ, ਐਜ਼ ਕੰਪੇਅਰ ਟੂ ਦੀ ਯੂਨੀਵਰਸਿਟੀਜ਼ ਜਿਹੜੀਆਂ ਉਹਨਾਂ ਦੇ ਵੀਜ਼ਾਸ ਜ਼ਿਆਦਾ ਗ੍ਰਾਂਟ ਹੋ ਰਹੇ ਨੇ। ਕਾਲਜਿਸ ਦੇ ਵਿੱਚ ਤੁਸੀਂ ਨਾ ਅਪਲਾਈ ਕਰਕੇ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰੋ, ਕੋਰਸਿਸ
ਸਿਲੈਕਸ਼ਨ ਸਹੀ ਤਰੀਕੇ ਨਾਲ ਕਰੋ ਤੇ ਤੁਸੀਂ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ। ਜੀ ਬਿਲਕੁਲ, ਤੁਸੀਂ ਕੋਰਸ ਦੀ ਸਿਲੈਕਸ਼ਨ ਦੀ ਗੱਲ ਕੀਤੀ ਹੈ, ਆਪਾਂ ਹਰ ਵਾਰੀ ਵੈਸੇ ਗੱਲਾਂ ਡਿਸਕਸ ਕਰਦੇ ਹਾਂ, ਪਰ ਮੈਂ ਫਿਰ ਵੀ ਚਾਹੁੰਦੀ ਹਾਂ ਕਿ ਆਪਾਂ ਹਰ ਵਾਰੀ ਸਟੂਡੈਂਟਸ ਨੂੰ ਇਨਫੋਰਮੇਸ਼ਨ ਇਹ ਪਹੁੰਚਾਉਂਦੇ ਹੀ ਰਹੀਏ ਤਾਂ ਕਿ ਬਿਲਕੁਲ ਉਹਨਾਂ ਨੂੰ ਯਾਦ ਹੋ ਜਾਣ ਚੀਜ਼ਾਂ ਕਿ ਅਸੀਂ ਅਗਰ ਅਪਲਾਈ ਕਰਨ ਜਾ ਰਹੇ ਹਾਂ, ਸਾਡੀ ਪ੍ਰੋਫਾਈਲ ਇਸ ਤਰ੍ਹਾਂ ਦੀ ਹੈ, ਸਾਡਾ ਪਿਛਲਾ ਕੋਰਸ ਕਿਸ ਤਰ੍ਹਾਂ ਦਾ ਸੀ ਤੇ ਅੱਗੋਂ ਅਸੀਂ ਕਿਸ ਤਰ੍ਹਾਂ ਸਿਲੈਕਟ ਕਰਨਾ ਹੈ। ਕੋਰਸ ਸਿਲੈਕਸ਼ਨ ਨੂੰ ਲੈ ਕੇ ਹਮੇਸ਼ਾ ਸਟੂਡੈਂਟ ਕੋਈ ਨਾ ਕੋਈ ਗਲਤੀ ਕਰ ਜਾਂਦੇ ਨੇ, ਜਾਂ ਫਿਰ ਪਹਿਲਾਂ ਜੋ ਵੀ ਸਟੱਡੀ ਹੁੰਦੀ ਹੈ ਅੱਗੋਂ ਮੈਚ ਨਹੀਂ ਕਰ ਪਾਉਂਦੇ, ਜਾਂ ਕੁਝ ਏਜੰਟ ਉਸ ਤਰੀਕੇ ਨਾਲ ਸੁਜੈਸਟ ਨਹੀਂ ਕਰਦੇ ਉਹਨਾਂ ਨੂੰ। ਤੇ ਕਿਹੜੀ ਚੀਜ਼ਾਂ ਨੂੰ ਸਟੂਡੈਂਟਸ ਜ਼ਰੂਰ ਧਿਆਨ ਵਿੱਚ ਰੱਖਣ ਜਦੋਂ ਕੋਰਸ ਦੀ ਸਿਲੈਕਸ਼ਨ ਕਰ ਰਹੇ ਨੇ? ਬੱਚੇ ਸਭ ਤੋਂ ਪਹਿਲਾਂ ਇਹ ਚੀਜ਼ ਦਾ ਧਿਆਨ ਰੱਖੇ ਕਿ ਅੱਜ ਅਗਰ ਮੈਂ ਆਪਣੀ ਹੋਮ ਕੰਟਰੀ ਦੇ ਵਿੱਚ ਹੁੰਨਾ, ਆਪਣੇ ਸ਼ਹਿਰ ਦੇ ਵਿੱਚ ਹੁੰਨਾ, ਜਾਂ ਮੈਂ ਕਿਤੇ ਵੀ ਸਟੱਡੀ ਕਰਨ ਜਾ ਰਿਹਾ ਤਾਂ ਮੈਂ ਕਿਹੜਾ ਕੋਰਸ ਅੱਗੇ ਲੈਂਦਾ, ਕੀ ਉਸ ਦਾ ਮੈਨੂੰ ਬੈਨੀਫਿਟ ਹੁੰਦਾ ਕੱਲ ਨੂੰ ਜਦੋਂ ਮੈਂ ਜੌਬ ਕਰਨੀ ਹੈ, ਤੇ ਕਿੰਨਾ ਸੈਲਰੀ ਪੈਕੇਜ ਮੈਨੂੰ ਪ੍ਰੋਵਾਈਡ ਹੁੰਦਾ। ਜੇ ਉਹ ਚੀਜ਼ਾਂ ਤੁਸੀਂ ਆਪਣੀ ਹੋਮ ਕੰਟਰੀ ਦੇ ਵਿੱਚ ਦੇਖ ਰਹੇ ਹੋ, ਉਹੀ ਚੀਜ਼ਾਂ ਤੁਸੀਂ ਜਦੋਂ ਇੰਟਰਨੈਸ਼ਨਲ ਸਟੂਡੈਂਟ ਬਣ ਕੇ ਕਿਸੇ ਵੀ ਕੰਟਰੀ ਦੇ ਵਿੱਚ ਜਾ ਰਹੇ ਹੋ, ਚਾਹੇ ਉਹ ਕੋਈ ਵੀ ਕੰਟਰੀ ਹੈ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ, UK, USA, ਕਿਤੇ ਵੀ ਤੁਸੀਂ ਜਾ ਰਹੇ ਹੋ, ਤਦ ਵੀ ਤੁਸੀਂ ਇਹੀ ਸੋਚ ਲੈ ਕੇ ਚੱਲੋ ਕਿ ਮੈਂ ਇੰਟਰਨੈਸ਼ਨਲ ਸਟੱਡੀ ਕਰਨ ਲਈ ਐਜ਼ ਅ ਸਟੂਡੈਂਟ ਦੇ ਤਰੀਕੇ ਨਾਲ ਜਾ ਰਿਹਾ ਤਾਂ ਮੈਂ ਇਹੀ ਕੋਰਸ ਲੈ ਕੇ ਜਾਵਾਂ ਜੋ ਮੈਂ ਆਪਣੀ ਕੰਟਰੀ ਦੇ ਵਿੱਚ ਲੈਣਾ, ਤੇ ਇਸ ਦਾ ਮੈਨੂੰ ਕੱਲ ਨੂੰ ਕੀ ਬੈਨੀਫਿਟ ਹੋਏਗਾ ਜਦੋਂ ਮੈਂ PR ਲੈਣੀ ਹੈ, ਜਦੋਂ ਮੈਂ ਵਰਕ ਪਰਮਿਟ ਲੈਣਾ ਹੈ, ਤੇ ਇਸ ਦਾ ਕੀ ਸੈਲਰੀ ਦੀ ਪੈਕੇਜ ਮੈਨੂੰ ਮਿਲ ਸਕਦਾ, ਇਸ ਦਾ ਕੀ ਬੈਨੀਫਿਟ ਮੈਨੂੰ ਹੋਣਗੇ। ਇਹ ਸੋਚ ਦੇ ਨਾਲ ਜਦੋਂ ਬੱਚਾ ਚੱਲਣ ਲੱਗ ਗਿਆ, ਨਾ ਤਾਂ ਉਸ ਦੀ ਪ੍ਰੋਫਾਈਲ ਦੇ ਵਿੱਚ ਰਿਫਿਊਜ਼ਲ ਆਏਗੀ, ਨਾ ਕਦੀ ਅੱਗੇ ਜਾ ਕੇ ਬੱਚੇ ਨੂੰ ਕੋਈ ਪ੍ਰੋਬਲਮ ਆਏਗੀ। ਜੀ ਬਿਲਕੁਲ, ਤੇ ਇੱਕ ਵਾਰ ਮੈਂ ਜ਼ਰੂਰ ਚਾਹਾਂਗੀ ਕਿ ਕੈਨੇਡਾ ਅਪਲਾਈ ਕਰਨ ਫਰੈਸ਼ ਪ੍ਰੋਫਾਈਲ ਜਿਹੜੇ ਰੀਸੈਂਟ ਪਾਸ ਆਊਟ ਹੈ ਉਹਨਾਂ ਦੀ ਪ੍ਰੋਫਾਈਲ ਤੇ ਐਲੀਜੀਬਲ ਹੈ ਹੀ ਹੈ, ਪਰ ਫਿਰ ਵੀ ਓਵਰਆਲ ਕਿਹੜੇ ਸਟੂਡੈਂਟਸ ਐਲੀਜੀਬਲ ਨੇ, ਕਿੰਨਾ ਬੈਂਡ ਸਕੋਰ ਰਿਕੁਆਇਰਡ ਹੈ, ਜਾਂ ਕਿੰਨਾ ਕੁ ਗੈਪ, ਜਾਂ ਕਿੰਨਾ ਫੰਡਸ, ਉਹ ਆਪਾਂ ਓਵਰਆਲ ਇੱਕ ਚੀਜ਼ ਇੱਕੋ ਵਾਰ 'ਚ ਸਮਝਾ ਦਈਏ ਸਟੂਡੈਂਟਸ ਨੂੰ, ਤਾਂ ਕਿ ਜਿੰਨੇ ਵੀ ਦਰਸ਼ਕ ਸਾਡਾ ਸ਼ੋਅ ਵੇਖ ਰਹੇ ਨੇ ਉਹ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਤਾਂ ਉਹ ਸਮਝ ਸਕਣ ਕਿ ਵਾਕਈ ਉਹ ਅਪਲਾਈ ਕਰ ਸਕਦੇ ਨੇ ਜਾਂ ਨਹੀਂ। ਕੈਨੇਡਾ ਦੇ ਵਿੱਚ ਜਦੋਂ ਮੈਮ ਆਪਾਂ ਅਪਲਾਈ ਕਰਦੇ ਤਾਂ ਬੱਚੇ ਨੂੰ ਪਤਾ ਮੇਰਾ 15-16 ਲੱਖ ਤੱਕ ਦਾ ਖਰਚਾ ਆ ਹੀ ਜਾਂਦਾ, ਜਿਹਦੇ ਵਿੱਚੋਂ 8 ਤੋਂ 9 ਲੱਖ ਤੁਹਾਡੀ ਇੱਕ ਸਾਲ ਦੀ ਤੁਸੀਂ ਟਿਊਸ਼ਨ ਫੀਸ ਪੇ ਕਰਕੇ ਜਾਓਗੇ, GIC ਜੋ ਕਿ ਤੁਸੀਂ ਇੱਕ ਸਾਲ ਦਾ ਲਿਵਿੰਗ ਐਕਸਪੈਂਸ ਆਪਣੇ ਨਾਲ ਲੈ ਕੇ ਜਾ ਰਹੇ ਹੋ ਜੋ ਕਿ 10,200 ਕੈਨੇਡੀਅਨ ਡਾਲਰ ਹੈ। ਇਸ ਤੋਂ ਬਾਅਦ ਵੀ ਜੇ ਤੁਹਾਡੇ ਕੋਲ ਫਾਈਨੈਂਸ਼ੀਅਲੀ ਤੁਸੀਂ ਸਟਰੋਂਗ ਹੈਗੇ ਹੋ, ਫੰਡ ਸ਼ੋਅ ਕਰ ਸਕਦੇ ਹੋ, ਆਪਣੀ ਅਗਲੇ ਸਾਲ ਦੀ ਫੀਸ ਸ਼ੋਅ ਕਰ ਸਕਦੇ ਹੋ, ਆਪਣਾ ਲਿਵਿੰਗ ਐਕਸਪੈਂਸ ਸ਼ੋਅ ਕਰ ਸਕਦੇ ਹੋ, ਤਾਂ ਉਸ 'ਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਫਾਈਲ ਜਿਹੜੀ ਹੈ ਤੁਹਾਡੀ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਹੋ। ਆਪਣਾ ਕੋਰਸ ਜਿਹੜਾ ਅਗਰ ਤੁਸੀਂ ਆਪਣੀ ਹੋਮ ਕੰਟਰੀ ਦੇ ਵਿੱਚ ਲੈ ਰਹੇ ਹੋ, ਜੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਾ ਰਹੇ ਹੋ ਤਾਂ ਉਸ ਦਾ ਤੁਸੀਂ ਪਲਾਨ ਆਊਟ ਕਰ ਸਕਦੇ ਹੋ ਕਿ ਮੈਂ ਮਾਸਟਰਸ ਕਰਨ ਲਈ ਕਿਹੜਾ ਕੋਰਸ ਲੈ ਕੇ ਅੱਗੇ ਜਾਵਾਂ, ਕੀ ਉਸ ਦੀ ਬੈਂਡ ਸਕੋਰ ਦੀ ਰਿਕੁਆਇਰਮੈਂਟ ਰਹੇਗੀ। ਆਪਣੀ ਪ੍ਰੋਫਾਈਲ ਨੂੰ ਪ੍ਰੋਪਰ ਇੱਕ ਜੈਨੂਇਨ ਤਰੀਕੇ ਨਾਲ, ਸਹੀ ਤਰੀਕੇ ਨਾਲ ਲੈ ਕੇ ਚੱਲੋ ਤਾਂ ਕਿ ਕੱਲ ਨੂੰ ਵੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ। ਜਿਹੜਾ +2 ਤੋਂ ਬਾਅਦ ਬੱਚਾ ਜਾ ਰਿਹਾ, ਜਦ ਉਹਨੂੰ ਪਤਾ ਹੈ ਕਿ ਮੈਂ ਬਾਹਰ ਲਈ ਅਪਲਾਈ ਕਰਨਾ ਹੈ ਵਿਦੇਸ਼ ਲਈ ਕਿਸੇ ਵੀ ਕੰਟਰੀ ਦੇ ਵਿੱਚ, ਤਾਂ ਹੁਣ ਤੋਂ ਹੀ ਆਪਣੀ ਪ੍ਰੋਫਾਈਲ ਨੂੰ ਠੀਕ ਤਰੀਕੇ ਨਾਲ ਲੈ ਕੇ ਚੱਲੇ। ਰਿਜ਼ਲਟ ਆ ਚੁੱਕੇ ਨੇ, ਆਪਣਾ IELTS ਜਾਂ PT ਸਕੋਰ ਪ੍ਰਾਪਤ ਕਰਨ, ਆਪਣੀ ਆਫਰ ਲੈਟਰ ਲਈ ਅਪਲਾਈ ਕਰਨ, ਸਭ ਤੋਂ ਪਹਿਲਾਂ ਅਸੈਸਮੈਂਟ ਕਰਵਾਉਣ ਕਿ ਮੈਂ ਇਸ ਕੋਰਸ ਦੇ ਵਿੱਚ ਅਪਲਾਈ ਕਰਨਾ ਹੈ, ਮੈਨੂੰ ਕਿੰਨੇ ਬੈਂਡ ਸਕੋਰ ਦੀ ਰਿਕੁਆਇਰਮੈਂਟ ਹੈ। ਜੀ ਬਿਲਕੁਲ। ਸੋ ਤੁਸੀਂ ਵੀ ਇਹਨਾਂ ਸਾਰੀ ਗੱਲਾਂ ਦਾ ਧਿਆਨ ਜ਼ਰੂਰ ਟਾਈਮਲੀ ਰੱਖਿਆ ਕਰੋ, ਅਵੇਅਰ ਰਿਹਾ ਕਰੋ, ਕੀ ਅਪਡੇਟ ਆ ਰਹੇ ਨੇ ਜਾਣਦੇ ਰਿਹਾ ਕਰੋ, ਤਾਂ ਕਿ ਤੁਸੀਂ ਅਗਰ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਖੁਦ ਚੀਜ਼ਾਂ ਬਾਰੇ ਸਭ ਪਤਾ ਹੋਵੇ। ਕੰਸਲਟੈਂਟ ਦੀ ਚੋਣ ਉਸ ਤਰੀਕੇ ਨਾਲ ਕਰੋ, ਪੂਰਾ ਦੇਖ ਪਰਖ ਕੇ ਕਿ ਪਹਿਲਾਂ ਉਹਨਾਂ ਨੇ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਉੱਪਰ ਕੰਮ ਕੀਤਾ ਹੈ, ਕਿਸ ਤਰ੍ਹਾਂ ਦੇ ਵੀਜ਼ਾ ਤੇ ਸਕਸੈਸ ਰੇਟ ਉਹਨਾਂ ਦਾ ਆਇਆ ਹੋਇਆ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਤੁਸੀਂ ਅਪਲਾਈ ਕਰਿਆ ਕਰੋ। ਛੋਟਾ ਜਿਹਾ ਇੱਕ ਸਵਾਲ, ਬਿਲਕੁਲ ਛੋਟਾ ਜਵਾਬ ਚਾਹੂੰਗੀ, ਫੰਡਸ ਨੂੰ ਲੈ ਕੇ। ਕੈਨੇਡਾ ਲਈ ਅਪਲਾਈ ਕਰ ਰਹੇ ਨੇ, ਫੰਡਸ ਕਿੰਨੇ ਪੁਰਾਣੇ ਔਰ ਕਿਸ ਤਰ੍ਹਾਂ ਦੇ ਦਿਖਾਣੇ ਚਾਹੀਦੇ ਆ? ਕੈਨੇਡਾ ਦੇ ਵਿੱਚ ਮੈਮ ਕੋਈ ਪ੍ਰੋਬਲਮ ਨਹੀਂ ਆਉਂਦੀ, ਤੁਸੀਂ GIC ਪੇ ਕਰਦੇ ਹੋ, ਤੁਹਾਡੇ ਕੋਲ ਫੰਡਸ ਹੈਗੇ ਆ ਜਾਂ ਨਹੀਂ ਹੈਗੇ, ਉਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈ। ਜੇਕਰ ਤੁਹਾਡੇ ਘਰ ਦੇ ਕੋਲ ਕੋਈ ਪੁਰਾਣੀ FD ਹੈਗੀ ਹੈ ਜਾਂ ਕੋਈ ਵੀ ਪ੍ਰੋਪਰਟੀ ਤੁਸੀਂ ਉਹਨਾਂ ਨੂੰ ਸ਼ੋਅ ਕਰ ਸਕਦੇ ਹੋ ਜਾਂ ਸੇਵਿੰਗ ਦੇ ਵਿੱਚ ਸ਼ੋਅ ਕਰ ਸਕਦੇ ਹੋ, ਤਾਂ ਤੁਸੀਂ ਐਜ਼ ਅ ਤੁਹਾਡਾ ਪਲੱਸ ਪੁਆਇੰਟ ਹੀ ਬਣੇਗਾ, ਇਸ ਦਾ ਕੋਈ ਨੈਗੇਟਿਵ ਇੰਪੈਕਟ ਨਹੀਂ ਹੈ, ਤੁਸੀਂ ਉਹ ਚੀਜ਼ਾਂ ਨੂੰ ਸ਼ੋਅ ਕਰ ਦੇਵੋ। ਜੀ ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਇਸ ਸ਼ੋਅ ਵਿੱਚ ਆਪਾਂ ਜਿੰਨੀਆਂ ਵੀ ਗੱਲਾਂ ਬਾਤਾਂ ਕੀਤੀਆਂ, ਜਿਹੜੀ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਇਸ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੁੱਕੋ। ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਇਹ ਨੰਬਰ ਤੁਸੀਂ ਨੋਟ ਕਰ ਲਓ, ਵਰਲਡ ਐਜੂਕੇਸ਼ਨ ਐਡਵਾਈਜ਼ਰਸ ਦਾ ਨੰਬਰ ਹੈ। ਸੋ ਕੋਈ ਵੀ ਸਵਾਲ ਹੋਵੇ, ਜਿਵੇਂ ਆਪਾਂ ਸ਼ੋਅ ਦੀ ਸ਼ੁਰੂਆਤ ਵਿੱਚ ਡਿਸਕਸ ਕੀਤਾ ਸੀ ਕਿ ਆਸਟ੍ਰੇਲੀਆ ਤੁਸੀਂ ਅਪਲਾਈ ਕਰਨਾ ਤਾਂ 6 ਤੋਂ 8 ਲੱਖ ਦੇ ਬਜਟ ਵਿੱਚ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਹਾਸਲ ਕਰ ਸਕਦੇ ਹੋ। ਸੋ ਜਿਹੜੇ ਵੀ ਚਾਹਵਾਨ ਸਟੂਡੈਂਟਸ ਨੇ ਆਸਟ੍ਰੇਲੀਆ ਅਪਲਾਈ ਕਰਨ ਬਾਰੇ ਸੋਚ ਰਹੇ ਨੇ, ਇੱਕ ਵਾਰੀ ਇਸ ਆਪਸ਼ਨ ਬਾਰੇ ਵੀ ਤੁਸੀਂ ਜ਼ਰੂਰ ਸੋਚ ਸਕਦੇ ਹੋ, ਪੂਰੀ ਜਾਣਕਾਰੀ ਲੈ ਸਕਦੇ ਹੋ ਇਸ ਨੰਬਰ ਦੇ ਉੱਪਰ ਕਾਲ ਕਰਕੇ। ਛੋਟੀ ਬਾਰਾਂਦਰੀ ਪਟਿਆਲਾ ਵਿੱਚ ਇਹਨਾਂ ਦਾ ਆਫਿਸ ਹੈ, ਤੁਹਾਨੂੰ ਨੇੜੇ ਲੱਗਦਾ ਹੈ ਤਾਂ ਤੁਸੀਂ ਜ਼ਰੂਰ ਇੱਥੇ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ। ਆਸਟ੍ਰੇਲੀਆ ਦੇ 6 ਤੋਂ 8 ਲੱਖ ਦੇ ਬਜਟ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ, ਕੈਨੇਡਾ ਅਪਲਾਈ ਕਰਨਾ ਚਾਹ ਰਹੇ ਹੋ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਸੋ ਦੇਰੀ ਨਾ ਕਰਿਆ ਕਰੋ ਤਾਂ ਕਿ ਤੁਹਾਡੀ ਪ੍ਰੋਫਾਈਲ ਦੇ ਉੱਪਰ ਗੈਪ ਨਾ ਆਵੇ, ਰਿਫਿਊਜ਼ਲ ਤੋਂ ਬਚਿਆ ਕਰੋ, ਸਹੀ ਜਾਣਕਾਰੀ ਦੇ ਨਾਲ ਅੱਗੇ ਵਧਿਆ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸ਼ੋਅ ਵਿੱਚ ਆ ਕੇ ਸਾਰੀਆਂ ਗੱਲਾਂ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।